श्री वाहिगुरु साहिब जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। तेरे कवन कवन गुण कह कह गावा तू साहिब गुणी निधाना। तुमरी महिमा बरन न साको तू ठाकुर ऊच भगवाना। मैं हर हर नाम धर सोई जो भावै त्यों राख मेरे साहिब। मैं तुझ बिना अवर न कोई ज्यों बुलावह त्यों बोलह स्वामी। कुदरत कवन हमारी साध संग नानक जस गायो। जो प्रभ की अत प्यारी कहाँ बुद्ध प्रभ तुष हमारी। बरन सकै महिमा जो तिहारी। हम ना सकत कर सिफत तुम्हारी। आप ले हो तुम कथा सुधारी। हम ना सिफत कर सकत तुम्हारी। आप ले हो तुम कथा सुधारी। सतनाम श्री वाहिगुरु साहिब जी। सोदर राग आसा महला पहला। एक ओंकार सतगुर प्रसाद। सो दर तेरा केहा सो कर केहा
जित बह सर्ब समाले। वाजी तेरी नाद अनेक असंखा, कीती तेरी वावन हारी। सो दार तेरा केहा, सो कर केहा, जित बह सर्ब समाले। वाजी तेरे नाद अनेक असंखा, कीती तेरी वावन हारी। परम सन्मान सत्कार जोग, चवर छतर तखत दे मालक सतगुरु। धन धन श्री गुरु ग्रंथ साहिब जी दी पावन पवित्र हजूरी दे अंदर ਅੰਮ੍ਰਿਤ ਵੇਲੇ ਦੇ ਜੋ ਸੁੰਦਰ ਸੋਹਣੇ ਦੀਵਾਨ ਸਜ ਰਹੇ ਹਨ, ਤਿੰਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੀ ਸੰਗਤ ਦਾ ਆਨੰਦ ਮਾਣ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ। ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਸਾਨੂੰ ਸਾਰਿਆਂ ਨੂੰ ਇਹ ਸਤ ਸੰਗਤ ਦੀਆਂ ਸ਼ੁਭ ਘੜੀਆਂ ਨਸੀਬ ਹੋ ਰਹੀਆਂ ਹਨ। ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪਾਂ ਨੂੰ ਪ੍ਰਕਾਸ਼ ਕਰਨ ਦੀ ਸੇਵਾ ਔਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪਾਂ ਨੂੰ ਪ੍ਰਕਾਸ਼ ਕਰਨ ਦੀ ਸੇਵਾ ਹੋਈ ਹੈ। ਅੰਮ੍ਰਿਤਮਈ ਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਸੰਪੂਰਨ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਅਤੇ ਹੋਰ ਰਸ ਭਿੰਨੇ ਸ਼ਬਦਾਂ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਇਸ ਸਥਾਨ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਜੋ ਤੀਸਰੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਜਿਸ ਦੇ ਵਿੱਚ ਆਪਾਂ ਪਿਛਲੇ ਦੀਵਾਨਾਂ ਦੇ ਵਿੱਚ ਸ੍ਰੀ ਜਪਜੀ ਸਾਹਿਬ ਜੀ ਦੇ ਸੰਪੂਰਨਤਾ ਵਾਲੇ ਸ਼ਲੋਕ ਦੀ ਪਾਵਨ ਵਿਚਾਰ ਸਰਵਣ ਕੀਤੀ ਹੈ। ਉਸ ਤੋਂ ਅੱਗੇ ਗੁਰੂ ਕੀ ਬਾਣੀ ਦੇ ਵਿਚਾਰ ਸਰਵਣ ਕਰਨ ਤੋਂ ਪਹਿਲੋਂ ਸਾਰੇ ਹੀ ਸੰਗਤ ਬੜੀ ਭਾਵਨਾ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਓ। ਦੋਵੇਂ ਹੱਥ ਜੋੜ ਕੇ ਸਤਿਕਾਰ ਸਹਿਤ ਬੁਲਾਈ ਗੁਰੂ ਕੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ ਜਿਸ ਵੇਲੇ ਧਰੁਵ ਮੰਡਲ ਦੇ ਵਿੱਚ ਪਹੁੰਚੇ ਹਨ, ਜਨਮ ਸਾਖੀ ਦੇ ਵਿੱਚ ਔਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਕਰਤਾ ਭਾਈ ਸਾਹਿਬ ਜੀ ਨੇ ਇਹ ਬਚਨ ਲਿਖਿਆ ਹੈ ਕਿ ਉਸ ਵੇਲੇ ਭਾਈ ਬਾਲਾ ਔਰ ਭਾਈ ਮਰਦਾਨਾ ਜੀ ਨੂੰ ਇਸ ਜਗ੍ਹਾ ਦੇ ਉੱਪਰ ਛੱਡ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤੋਂ ਅੱਗੇ ਸੱਚਖੰਡ ਗਏ ਹਨ, ਜਿਸ ਦੇ ਬਾਬਤ ਭਾਈ ਗੁਰਦਾਸ ਜੀ ਦਾ ਵੀ ਬਚਨ ਹੈ, ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਖੰਡ ਦੇ ਵਿੱਚ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਦਰਸ਼ਨ ਕਰਨ ਦੇ ਹਿਤ ਪਹੁੰਚੇ। ਜਿਤਨੇ ਵੀ ਮੁਕਤੀਆਂ ਵਾਲੇ ਭਗਤ ਪ੍ਰਮਾਤਮਾ ਦੇ ਪਿਆਰੇ ਸਨ, ਸਰੂਪ ਸਮੀਪ ਸੁਜੁਜ ਇਤਿਆਦਿਕ ਬੜੀ ਭਾਵਨਾ ਦੇ ਨਾਲ ਉਹਨਾਂ ਸਾਰਿਆਂ ਨੇ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ।
ਅੱਗੇ ਸੱਚਖੰਡ ਦੇ ਦਰਵਾਜ਼ੇ ਥਾਣੀ ਜਿੱਥੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਬਿਰਾਜਮਾਨ ਸਨ, ਉਸ ਸਥਾਨ ਦੇ ਉੱਪਰ ਪਹੁੰਚੇ ਹਨ। ਉੱਥੇ ਹੀ ਇਹ ਪਾਵਨ ਪਵਿੱਤਰ ਸ਼ਬਦ ਜੋ ਸੋਦਰ ਦਾ ਹੈ ਉਹ ਉਚਾਰਨਾ ਕੀਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹੀਏ। ਇਸ ਸ਼ਬਦ ਦੇ ਨਾਲ ਮਿਲਦੇ ਜੁਲਦੇ ਹੋਏ 3 ਸ਼ਬਦ ਆਉਂਦੇ ਹਨ। ਇੱਕ ਦੀ ਵਿਚਾਰ ਆਪਾਂ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ ਸਰਵਣ ਕਰ ਚੁੱਕੇ ਹਾਂ, ਜਿਸ ਦੇ ਬਾਬਤ ਇਹ ਉਥਾਨਕਾ ਮਿਲਦੀ ਹੈ। ਮਹਾਂਪੁਰਖਾਂ ਨੇ ਲਿਖੀ ਹੈ ਕਿ ਸਿੱਧਾ ਨੇ ਬੇਨਤੀ ਕੀਤੀ ਸੀ ਕਿ ਵਾਹਿਗੁਰੂ ਪ੍ਰਮਾਤਮਾ ਦਾ ਦਰ ਘਰ ਕੈਸਾ ਹੈ। ਦੂਸਰਾ ਸ਼ਬਦ ਜਿਸ ਦੀ ਵਿਚਾਰ ਅੱਜ ਆਪਾਂ ਸਰਵਣ ਕੀਰਤਨ ਕਰਨੀ ਹੈ, ਔਰ ਤੀਸਰਾ ਸ਼ਬਦ ਹੈ ਰਾਗ ਆਸਾ ਦੇ ਵਿੱਚ। ਜਿਸ ਵੇਲੇ ਵੇਈ ਨਦੀ ਦੁਆਰਾ ਪ੍ਰਵੇਸ਼ ਹੋ ਕੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਦਰਸ਼ਨ ਕੀਤੇ, 3 ਦਿਨਾਂ ਬਾਅਦ ਸ੍ਰੀ ਸੁਲਤਾਨਪੁਰ ਲੋਧੀ ਦੀ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਸੰਤ ਘਾਟ ਵਿਖੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸੇ ਵੇਈ ਦੇ ਵਿੱਚੋਂ ਪ੍ਰਗਟ ਹੋਏ। ਉਸ ਵੇਲੇ ਸਤਿਗੁਰੂ ਸਾਹਿਬ ਜੀ ਦੇ ਸਤਿਕਾਰਯੋਗ ਭੈਣ ਜੀ ਬੇਬੇ ਨਾਨਕੀ ਜੀ ਨੇ ਜਦੋਂ ਬੇਨਤੀ ਕੀਤੀ ਕਿ ਆਪ ਜੀ ਕਿੱਥੇ ਅਲੋਪ ਰਹੇ ਸੋ, ਸਾਨੂੰ ਭਰੋਸਾ ਸੀ ਆਪ ਜੀ ਡੁੱਬਿਆਂ ਨੂੰ ਤਾਰਨ ਵਾਲੇ ਸੋ। ਦੁਨੀਆ ਦੇ ਲੋਕ ਕਹਿੰਦੇ ਤੇਰਾ ਭਰਾ ਜਿਹੜਾ ਉਹ ਡੁੱਬ ਗਿਆ ਹੈ ਪਾਣੀ ਦੇ ਵਿੱਚ। ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਕਿ ਅਸੀਂ ਸੱਚਖੰਡ ਗਏ ਸਾਂ। ਉਸ ਜਗ੍ਹਾ ਦੇ ਉੱਪਰ ਸੱਚਖੰਡ ਦਾ ਸਾਰਾ ਨਕਸ਼ਾ ਜੋ ਚਿਤਰਿਆ, ਸਤਿਕਾਰਯੋਗ ਆਪਣੇ ਭੈਣ ਜੀ ਦੀ ਬੇਨਤੀ ਨੂੰ ਸਰਵਣ ਕਰਦਿਆਂ ਹੋਇਆ ਉਹ ਪਾਵਨ ਸ਼ਬਦ ਰਾਗ ਆਸਾ ਦੇ ਵਿੱਚ ਗੁਰੂ ਕੇ ਸਿੱਖ ਭਾਵਨਾ ਦੇ ਨਾਲ ਪੜ੍ਹਦੇ ਹਨ। ਜਿਵੇਂ ਪਹਿਲੇ ਪਾਵਨ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਜੀ ਦਾ ਮਹਾਤਮ ਆਪ ਜੀ ਨੇ ਸਮੇਂ ਦੇ ਮੁਤਾਬਕ ਸਰਵਣ ਕੀਤਾ ਹੈ, ਇਵੇਂ ਜੋ ਇਹ ਪਵਿੱਤਰ ਬਾਣੀ ਹੈ ਸੋਦਰ ਦੇ ਸਰਲੇਖ ਹੇਠ ਇਹ ਸ੍ਰੀ ਰਹਿਰਾਸ ਸਾਹਿਬ ਜੀ ਦੇ ਵਿੱਚ ਆਪਾਂ ਇਹ ਪਹਿਲੇ ਸ਼ਬਦ ਪੜ੍ਹਦੇ ਹਾਂ। ਸੰਪਰਦਾਇ ਵਿਦਵਾਨਾਂ ਮਹਾਂਪੁਰਖਾਂ ਦਾ ਇਹ ਮੰਨਣਾ ਹੈ ਕਿ ਇਸ ਪਾਵਨ ਸ਼ਬਦ ਤੋਂ ਆਰੰਭ ਕਰਕੇ ਜਿਹੜਾ ਆਪਾਂ ਪਾਵਨ ਸ਼ਬਦ ਪੜ੍ਹਦੇ ਹਾਂ, ਕਾਹੇ ਰੇ ਮਨ ਚਿਤਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕ, ਇੱਥੋਂ ਤੱਕ ਗੁਰੂ ਕੇ ਸਿੱਖ ਸ੍ਰੀ ਰਹਿਰਾਸ ਸਾਹਿਬ ਜੀ ਦਾ ਜਾਪ ਕਰਿਆ ਕਰਦੇ ਸਨ। ਔਰ 6ਵੇਂ ਪਾਤਸ਼ਾਹ ਤੱਕ ਜਿਹੜੇ ਗੁਰੂ ਕੇ ਸਿੱਖ ਸਨ ਉਹ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮ। ਮਹਾਂਪੁਰਖਾਂ ਨੇ ਇਹ ਬਚਨ ਲਿਖੇ ਹੋਏ ਹਨ ਕਿ ਇੱਥੋਂ ਤੱਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਅੱਗੇ ਜਿਹੜੇ ਸਿੱਖ ਸਨ ਉਹ ਜਾਪ ਕਰਿਆ ਕਰਦੇ ਸਨ। ਸੰਪੂਰਨ ਜੋ ਆਪਾਂ ਸ੍ਰੀ ਰਹਿਰਾਸ ਸਾਹਿਬ ਜੀ ਦਾ ਜਾਪ ਹੁਣ ਕਰਦੇ ਹਾਂ, ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਦੀ ਝੋਲੀ ਦੇ ਵਿੱਚ ਅੰਮ੍ਰਿਤਮਈ ਬਾਣੀ ਦੀ ਦਾਤ ਪਾਈ ਹੈ। ਔਰ ਇਸ ਪਾਵਨ ਪਵਿੱਤਰ ਬਾਣੀ ਦਾ ਜੋ ਮਹਾਤਮ ਹੈ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਹਨ
कि ਜਿਹੜੇ ਦਿਵ ਸਵਰੂਪ ਵਾਲੇ ਮਹਾਂਪੁਰਖ ਹਨ, ਵਾਹਿਗੁਰੂ ਪਰਮਾਤਮਾ ਦੇ ਪਿਆਰੇ, ਉਹਨਾਂ ਦੇ ਅਸੀਂ ਦਰਸ਼ਨ ਕਰਨੇ ਹਨ। ਤਾਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਬਚਨ ਕਿਹਾ, ਪੁਰਖਾ ਜੰਗਲ ਵਾਲੇ ਪਾਸੇ ਰਸਤੇ ਨੂੰ ਤੁਰਿਆ ਜਾ, ਤੈਨੂੰ ਦਰਸ਼ਨ ਹੋਣਗੇ। ਸਤਿਗੁਰੂ ਦਾ ਬਚਨ ਕਮਾ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਤੁਰੇ। ਤੁਰਦਿਆਂ ਹੋਇਆਂ ਰਸਤੇ ਦੇ ਵਿੱਚ ਇੱਕ ਨਗਰ ਆਇਆ ਹੈ। ਉਸ ਜੰਗਲ ਦੇ ਵਿੱਚ ਉੱਥੇ ਜਿੰਨੇ ਵੀ ਲੋਕ ਹਨ, ਉਹਨਾਂ ਸਾਰੇ ਹੀ ਲੋਕਾਂ ਦੇ ਜਿਹੜੇ ਮੂੰਹ ਹਨ ਉਹ ਕਾਲੇ ਹਨ। ਬੜੇ ਹੈਰਾਨ ਹੋਏ। ਸਤਿਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਤੁਸੀਂ ਉਹ ਦਿਵ ਸਵਰੂਪ ਵਾਲੇ ਮਹਾਂਪੁਰਖ? ਕਹਿਣ ਲੱਗੇ, ਜੀ ਨਹੀਂ। ਇਸ ਦੇ ਨਾਲੋਂ ਅੱਗੇ ਤੁਰੇ ਤਾਂ ਐਸੇ ਲੋਕ ਦੇਖੇ ਜਿਨ੍ਹਾਂ ਦੀ ਧੌਣਾਂ ਦੇ ਵਿੱਚ ਕਿੱਲੇ ਠੁਕੇ ਹੋਏ ਸਨ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਵੀ ਨਾ ਕਰਤੀ। ਇਵੇਂ ਤੁਰਦਿਆਂ ਤੁਰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਅਗਲੇ ਪਾਸੇ ਗਏ। ਕੁਛ ਔਰਤਾਂ ਸਨ ਜਿਹੜੇ ਪੁਰਖਾਂ ਦੇ ਸਵਰੂਪਾਂ ਦਾ ਮਾਸ ਨੋਚ ਨੋਚ ਕੇ ਖਾ ਰਹੀਆਂ ਸਨ। ਕੁਛ ਐਸੇ ਵੀ ਲੋਕ ਸਨ ਜਿਵੇਂ ਪ੍ਰੇਤਾਂ ਦੇ ਪੈਰ ਪੁੱਠੇ ਹੁੰਦੇ ਹਨ, ਉਹਨਾਂ ਦੇ ਮੂੰਹ ਵੀ ਪੁੱਠੇ ਸਨ। ਸਾਰਿਆਂ ਨੂੰ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਦੇ ਪੁਛਾਉਂਦੇ ਗਏ, ਪਰ ਕਿਸੇ ਵੀ ਇਸ ਗੱਲ ਦੀ ਹਾਮੀ ਨਾ ਭਰੀ ਕਿ ਅਸੀਂ ਦਿਵ ਸਵਰੂਪ ਵਾਲੇ ਹਾਂ। ਇਸ ਵੇਲੇ ਆਖਰ ਨੂੰ ਇਹ ਸਾਰੇ ਲੋਕਾਂ ਨੂੰ ਪਾਰ ਕਰਕੇ ਇੱਕ ਇਕਾਂਤ ਜਗ੍ਹਾ ਦੇ ਉੱਪਰ ਬੈਠੇ ਹਨ। ਇਕਾਂਤ ਦੇ ਵਿੱਚ ਬੈਠੇ ਹੋਏ ਅਚਾਨਚਕ ਆਕਾਸ਼ ਦੇ ਵਿੱਚੋਂ ਕੁਝ ਸਵਰੂਪ ਉਤਰੇ ਤੇ ਉਹਨਾਂ ਦੇ ਆਉਣ ਦੇ ਨਾਲ ਆਪਣੇ ਆਪ ਹੀ ਧਰਤੀ ਦੇ ਉੱਪਰ ਵਿਛਾਉਣੇ ਵਿਛ ਗਏ। ਬੈਠਣ ਦੇ ਵਾਸਤੇ ਆਪਾਂ ਕਹਿ ਲਈਏ ਦਰੀਆਂ ਵਿਛ ਗਈਆਂ। ਆਣ ਕੇ ਬੈਠ ਗਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਪੁੱਛਿਆ ਤੇ ਕਹਿੰਦੇ, ਜੀ ਜਿਨ੍ਹਾਂ ਨੂੰ ਤੁਸੀਂ ਲੋਚ ਰਹੇ ਸੋ ਵੇਖਣ ਵਾਸਤੇ ਅਸੀਂ ਉਹੀ ਹਾਂ। ਅਚਾਨਚਕ ਕਿੱਥੋਂ ਪ੍ਰਗਟ ਹੋਏ ਹੋ? ਕਹਿਣ ਲੱਗੇ, ਜੀ ਸੱਚਖੰਡ ਦੇ ਵਿੱਚੋਂ ਆਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਪੁੱਛਣ ਲੱਗੇ, ਕੀ ਕਾਰਨ, ਕਿਉਂ ਸੱਚਖੰਡ ਦੇ ਵਿੱਚੋਂ ਆਏ ਹੋ? ਤਾਂ ਉਸ ਵੇਲੇ ਉਹਨਾਂ ਨੇ ਆਪਣੀ ਜ਼ੁਬਾਨੀ ਇਹ ਗੱਲ ਦੱਸੀ ਕਿ ਜਿਸ ਸਮੇਂ ਦੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਮਰਿਆਦਾ ਬੰਨੀ ਹੈ ਕਿ ਗੁਰੂ ਕੇ ਸਿੱਖ ਸੋਦਰ ਦਾ ਪਾਠ ਜਦੋਂ ਸੂਰਜ ਦੀ ਜਿਹੜੀ ਟਿੱਕੀ ਅੱਧੀ ਅਸਤ ਹੋ ਜਾਵੇ ਉਦੋਂ ਕਰਦੇ ਹਨ। ਉਸ ਵੇਲੇ ਸਾਨੂੰ ਹੁਕਮ ਹੋਇਆ ਸੀ ਕਿ ਤੁਸੀਂ ਇਹ ਜਾਪ ਕਰਨਾ ਹੈ। ਤੇ ਸਾਡੇ ਮਨ ਦੇ ਵਿੱਚ ਸਿਮਰਨ ਭਜਨ ਦਾ ਅਭਿਮਾਨ ਸੀ, ਹੰਕਾਰ ਸੀ। ਅਸੀਂ ਸੋਚਿਆ ਵੀ ਇਹ ਜ਼ਰੂਰੀ ਹੈ ਰਹਿਰਾਸ ਸਾਹਿਬ ਦਾ ਪਾਠ ਕਰਨਾ। ਬਥੇਰਾ ਸਿਮਰਨ ਭਜਨ ਕਰਦੇ ਹਾਂ, ਬਥੇਰੇ ਪ੍ਰਮਾਤਮਾ ਦੇ ਨਾਲ ਲਿਵ ਲਾਉਣੇ ਹਾਂ। ਇਵੇਂ ਸਿਮਰਨ ਦੇ ਅਭਿਮਾਨ ਵਸ ਹੋ ਕੇ ਅਸੀਂ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਹੀ ਨਾ ਕੀਤਾ। ਕੁਝ ਸਮਾਂ ਵੇਖ ਕੇ ਉਸ ਦਿਨ ਤੋਂ ਪਰਮੇਸ਼ਰ ਨੇ ਜਿੰਨੇ ਵੀ ਅਸੀਂ ਸਵਰੂਪਾਂ ਵਾਲੇ ਦਿਵ ਸਵਰੂਪ ਵਾਲੇ ਆ, ਜਦੋਂ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਹੁੰਦਾ ਹੈ ਉਦੋਂ ਸਾਨੂੰ ਸੱਚਖੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਜਿੰਨਾ ਸਮਾਂ ਉਹ ਬਾਣੀ ਦਾ ਸਮਾਂ ਹੁੰਦਾ ਹੈ, ਜਿਵੇਂ 9 ਵਜੇ ਤੋਂ ਪਹਿਲੋਂ ਰੱਬ ਦੇ ਪਿਆਰੇ ਕਹਿੰਦੇ ਹਨ ਕਿ ਕਰ ਲੈਣੀ ਚਾਹੀਦੀ ਹੈ ਰਹਿਰਾਸ ਸਾਹਿਬ ਦਾ ਜਾਪ, ਫਿਰ ਬਾਅਦ ਦੇ ਵਿੱਚ ਇਸ ਦਾ ਸਮਾਂ ਨਹੀਂ ਹੁੰਦਾ। ਉਹਨਾਂ ਚਿਰ ਤੱਕ ਸਾਨੂੰ ਸੱਚਖੰਡ ਦੇ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਹੈ। ਅਸੀਂ ਸੱਚਖੰਡ ਦੇ ਵਿੱਚ ਜਾ ਨਹੀਂ ਸਕਦੇ। ਬਾਅਦ ਦੇ ਵਿੱਚ ਅਸੀਂ ਫੇਰ ਸੱਚਖੰਡ ਦੇ ਵਿੱਚ ਜਾ ਕਰਕੇ ਬਿਰਾਜ ਜਾਂਦੇ ਹਾਂ। ਇਹ ਸਾਡੇ ਜਿਹੜਾ ਸਿਮਰਨ ਦਾ ਅਭਿਮਾਨ ਸੀ, ਉਸ ਕਰਕੇ ਇੰਨਾ ਸਮਾਂ ਸਾਨੂੰ ਸੱਚਖੰਡ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੀ ਪਾਵਨ ਮੁਬਾਰਕ ਰਸਨਾ ਦਾ ਇਹ ਬਚਨ ਹੈ
कि जेड़ा गुरु का सिख मर्यादा दे विच त्यार बर त्यार रह के अमृत वेले घट तो घट 5 बाणियां दा नितनेम नेम दे नाल करदा है, शाम वेले श्री रहरास साहिब जी दा जाप और सौन लग्या कीर्तन सोले दी पावन गुरबाणी दा जाप करदा है, उस गुरसिख नूं सतगुरु कृपा करके आप सचखंड दी प्राप्ति करवाउंदे हन। इस प्रकार जदों दर्शन करके धन गुरु अंगद देव महाराज सच्चे पातशाह जी सतगुरु गुरु नानक देव महाराज साहिब जी दे पास गए, जेड़े आश्चर्य स्वरूप वाले लोग वेखे सन, उन्हां दी बाबत धन गुरु नानक देव महाराज साहिब जी नूं पुछण लगे। महाराज गुरु अंगद देव साहिब जी कहण लगे, सतगुरु वो कौन लोग सन जिन्हां दे मूंह काले सन? क्या जी जेड़े लोग दुनिया दे लोकां दे कोलों पैसे लैके मुकर जांदे सन, उन्हां दे मूंह काले कीते गए सन, जां जेड़ी पराई निंदिया चुगली बिना कारण तो किसी नूं लड़ाउण झगड़ाउण दे वास्ते, बिना कारण तो किसी दे विच फुट पाउण दे वास्ते करदे, उन्हां दे मूंह काले कीते गए। क्या जी वो कौन सन जिन्हां दे धौणां दे विच किले ठुके हुए सन? तां गुरु नानक देव महाराज साहिब जी कहण लगे, पुरखा वो लोग सन जेड़े अपने इस गुरु दे अगे कदी भी निवे नहीं। कई ऐसे हुंदे ना ਜਿਹੜੇ ਕਹਿੰਦੇ ਜੇ ਅਸੀਂ ਨਿਵ ਕੇ ਚੰਗੀ ਤਰ੍ਹਾਂ ਸੀਸ ਸਤਿਗੁਰੂ ਦੇ ਚਰਨਾਂ ਦੇ ਵਿੱਚ ਰੱਖਿਆ ਤੇ ਸਾਡੀ ਜਿਹੜੀ ਪੱਗ ਵੱਜੀ ਹੋਈ ਹੈ ਉਹਦੀ ਨੋਕ ਹੀ ਨਾ ਢੱਠ ਜਾਵੇ, ਉਹਦਾ ਕੀ ਸਿਰ ਦੁਨੀਆ ਦੇ ਦੇਖਾ ਦੇਖੀ ਵਜੋਂ ਨਿਵਾਉਂਦੇ ਹਨ। ਕਿਆ ਜੀ ਉਹ ਕੌਣ ਸਨ ਜਿਨ੍ਹਾਂ ਦੇ ਪੈਰ ਵੀ ਪੁੱਠੇ ਤੇ ਮੂੰਹ ਵੀ ਪੁੱਠੇ? ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਪੁਰਖਾ ਉਹ ਲੋਕ ਸਨ ਜਿਹੜੇ ਗੁਰ ਪਰਮੇਸ਼ਰ ਦੇ ਨਾਲੋਂ ਬੇਮੁਖ ਹਨ। क्या जी एक ऐसियां भी इस्तरियां वेखियां जेड़े पुरुषां दा मास नोच नोच के खा रही सन, वो पुरुष कौन सन ते इस्तरियां कौन सन? ते उस वेले धन गुरु नानक देव जी कहण लगे, पुरखा वो जेड़ियां इस्तरियां उन्हां दियां धीआं सन ते कईयां दियां भैणां सन, जिन्हां ने पैसे लैके लालच दे अधीन उन्हां दा विआह कीता, सहुरे परिवार दे पासों पैसे लै उजाड़ा पाया ते उन्हां नूं खाण दे वास्ते कुछ ना मिलिया। हुण जुबान तो ते कुछ कह नहीं सी सकदियां, पर मन दे विच उन्हां दे सोच सी कि समा आया जिवें साडा परिवार तुसीं खाधा इवें असीं तुहानूं खावांगीआं। ਉਹ मास नोच नोच के खा रही सी। इवें धन गुरु नानक देव महाराज साहिब जी ने सारी शुभ सिक्ख्या देती कि गुरु का सिख जीवन दे विच सुकर्म करे, जीवन दे विच अपना जेड़ा नेम है उस नूं खुंझावे ना, तां गुरु नानक देव महाराज साहिब जी दे घर दे विचों बख्शिशां दे पात्र बन सकदे। आओ हुण प्रेम दे नाल इह पावन पवित्र गुरु की बाणी दी जो विचार है, जो धन गुरु नानक देव महाराज साहिब जी ने परम परमेश्वर अकाल पुरख दे घर सचखंड वसै निरंकार, निरंकार दे घरे सचखंड विखे वाहिगुरु परमात्मा दी सिफतो सलाह दे पावन बचन उचारे हन, उस नूं सरवण करके लाहा प्राप्त करिए जे। सतनाम श्री वाहिगुरु साहिब जी। सोदर राग आसा महला पहला। एक ओंकार सतगुर प्रसाद। सोदर एक छंद दी चाल दा भी नाम है, सोदर इस बाणी दा भी नाम है। जिवें आपां अर्थ करदे हां, इन पावन शब्दां नूं अन्वे करके इस दा अर्थ बनदा है सोदर। सो दा अर्थ हुंदा है ओ दरवाजा। केड़ा दरवाजा? जेड़ा सो तत् पद दा लख अर्थ वाहिगुरु परमात्मा है, उस दे दर दी प्राप्ति करवा देवे। ऐसे पावन बचन
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਗ ਆਸਾ ਦੇ ਵਿੱਚ ਉਚਾਰਨ ਕਰ ਰਹੇ ਹਨ। ਇੱਥੇ ਪਾਵਨ ਜੋ ਪਾਠ ਹੈ ਮਹੱਲਾ ਕੀਤਾ ਗਿਆ ਹੈ। ਆਮ ਤੌਰ ਤੇ ਕਿਉਂਕਿ ਅਸੀਂ ਸਾਰੇ ਵਿਦਿਆਰਥੀ ਹਾਂ, ਸਾਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ। ਬਹੁਤਾਤ ਲੋਕ ਇਸ ਸ਼ਬਦ ਨੂੰ ਮਹਿਲਾ ਜਾਂ ਮਹਲਾ ਪੜ੍ਹਦੇ ਹਨ। ਉਹ ਇਹ ਗੱਲ ਕਹਿੰਦੇ ਹਨ ਕਿ ਕਿਤੇ ਵੀ ਇਸ ਦੇ ਉੱਪਰ ਅਧਕ ਨਹੀਂ ਲੱਗਾ ਹੋਇਆ। ਭਾਵੇਂ ਆਪ ਉਹ ਸਾਰੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿੱਥੇ ਜੀ ਕੀਤਾ ਉੱਥੇ ਬਿੰਦੀਆਂ ਲਾਈ ਜਾਂਦੇ ਹਨ, ਫਿਰ ਬਿੰਦੀਆਂ ਤੇ ਉੱਥੇ ਵੀ ਕਿਤੇ ਨਹੀਂ ਲੱਗੀਆਂ ਹੋਈਆਂ। ਜਿੱਥੇ ਲੋੜ ਪਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਭਾਂਡਾ ਭਾਓ ਅੰਮ੍ਰਿਤ ਤੇ ਟਟਾਲ, ਜਿਹੜਾ ਭਾਂਡਾ ਸ਼ਬਦ ਹੈ ਭੱਬੇ ਕੰਨਾਂ ਤੇ ਉੱਤੇ ਬਿੰਦੀ ਹੈ। ਜਿੱਥੇ ਲੋੜ ਪਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਿੰਦੀ ਦੀ ਵਰਤੋਂ ਭਾਈ ਗੁਰਦਾਸ ਜੀ ਦੇ ਪਾਸੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਔਰ ਸਤਿਗੁਰਾਂ ਦੀ ਬਾਣੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਆਪ ਕਰਵਾਈ ਜਿਵੇਂ ਲਿਖੀ ਹੋਈ ਸੀ। ਪਰ ਬਹੁਤਾਤ ਇਹ ਗੱਲ ਕਹਿੰਦੇ ਹਨ ਕਿ ਉਨਾ ਚਿਰ ਤੱਕ ਜਿਹੜਾ ਅਰਥ ਹੀ ਸਪਸ਼ਟ ਨਹੀਂ ਹੁੰਦਾ। ਪਰ ਜੋ ਸੰਪਰਦਾਇ ਮਰਿਆਦਾ ਹੈ ਉਸ ਦੇ ਵਿੱਚ ਸਾਰਿਆਂ ਦੇ ਨਾਲੋਂ ਪਹਿਲੋਂ ਜੋ ਪਾਠ ਬੋਧ ਹੈ ਉਸ ਨੂੰ ਮਹਾਨਤਾ ਦਿੱਤੀ ਜਾਂਦੀ ਹੈ। ਸੋ ਰਹੋ ਵਿਚਾਰ, ਜਿਹੜਾ ਮਹੱਲਾ ਸ਼ਬਦ ਹੈ ਇਸ ਦਾ ਜੋ ਅਰਬੀ ਦੇ ਵਿੱਚ ਅਰਥ ਬਣਦਾ ਹੈ ਉਹ ਬਣਦਾ ਹੈ ਬਾਦਸ਼ਾਹ। ਜੇ ਆਪਾਂ ਇਸੇ ਸ਼ਬਦ ਦਾ ਸੰਸਕ੍ਰਿਤ ਦੇ ਵਿੱਚ ਅਰਥ ਪੜਾਂਗੇ ਇਸ ਦਾ ਬਣਦਾ ਹੈ ਸਵਰੂਪ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਤਨੇ ਵੀ ਸਵਰੂਪ ਹੋਏ, ਜਿਵੇਂ ਕਿਉਂਕਿ ਆਪਾਂ ਜਿੰਨੀ ਵੀ ਬਾਣੀ ਪੜ੍ਹਦੇ ਹਾਂ ਸੰਪੂਰਨਤਾ ਉਸ ਪਾਵਨ ਸ਼ਬਦ ਦੀ ਨਾਨਕ ਸ਼ਬਦ ਤੇ ਹੁੰਦੀ ਹੈ। ਜਿੰਨੇ ਵੀ ਸ਼ਬਦ ਆਪਾਂ ਪੜ੍ਹਦੇ ਹਾਂ ਉਸ ਤੋਂ ਤਾਂ ਕੋਈ ਵੀ ਜਨਾਇਕ ਨਹੀਂ ਹੁੰਦਾ। ਪਰ ਉੱਪਰਲੇ ਪਾਸੇ ਜਿਵੇਂ ਮਹੱਲਾ ਦੂਜਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦੂਸਰੇ ਸਵਰੂਪ ਪਤਾ ਲੱਗ ਜਾਵੇਗਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੀ ਬਾਣੀ ਉਚਾਰੀ ਹੈ। ਮਹੱਲਾ ਤੀਜਾ ਪਤਾ ਲੱਗ ਜਾਵੇਗਾ ਧੰਨ ਗੁਰੂ ਅੰਗਦ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਇਹ ਪਾਵਨ ਬਾਣੀ ਉਚਾਰੀ ਹੈ ਜੋ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਤੀਸਰੇ ਸਵਰੂਪ ਆ। ਇਸ ਵਾਸਤੇ ਸੂਖਮ ਇਹ ਵਿਚਾਰ ਹੈ ਕਿ ਕਦੀ ਵੀ ਕਿਸੇ ਦੇ ਮਗਰ ਲੱਗ ਕਰਕੇ ਇਹ ਮਹਲਾ ਜਾਂ ਮਹਿਲਾ ਸ਼ਬਦ ਨਹੀਂ ਪੜ੍ਹਨਾ। ਜੋ ਸ਼ੁੱਧ ਆਪਾਂ ਨੂੰ ਸੰਥਿਆ ਕਰਵਾਈ ਜਾਂਦੀ ਹੈ, ਟਕਸਾਲ ਦੇ ਵਿੱਚ ਸਿਖਾਇਆ ਜਾਂਦਾ ਹੈ, ਕਿਉਂਕਿ ਸਾਡੀ ਬਿਰਤੀ ਹੁੰਦੀ ਹੈ ਵੀ ਕਿਸੇ ਦੇ ਮਗਰ ਲਾ ਕੇ ਵੀ ਕੋਈ ਵੱਡਾ ਵਿਦਵਾਨ ਹੈ ਉਹ ਆ ਪੜ੍ਹਦਾ ਹੈ ਤੇ ਅਸੀਂ ਵੀ ਉਹ ਪੜ੍ਹਨਾ ਸ਼ੁਰੂ ਕਰ ਦਿੰਦੇ ਕਈ ਵਾਰ ਪਾਠ। ਪਰ ਐਸਾ ਨਹੀਂ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਆਪਣੇ ਟਕਸਾਲ ਨੂੰ ਸੰਥਿਆ ਦੇ ਨਿਯਮ ਬਖਸ਼ੇ। ਆਪ ਮਹਾਰਾਜ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਚਲਾਈ ਔਰ ਸੀਨੇ ਬਸੀਨੇ ਜਿਵੇਂ ਉਸ ਸਮੇਂ ਪੜ੍ਹਾਈ ਹੋਈ ਉਵੇਂ ਰੱਬ ਦੇ ਪਿਆਰੇ ਗੁਰਮੁਖ ਗੁਰਸਿੱਖ ਅੱਜ ਤੱਕ ਉਹ ਵਿਦਿਆ ਸੀਨੇ ਬਸੀਨੇ ਪੀੜ੍ਹੀ ਦਰ ਪੀੜ੍ਹੀ ਆਪਣੇ ਗੁਰਸਿੱਖਾਂ ਦੀ ਝੋਲੀ ਦੇ ਵਿੱਚ ਸੌਂਪ ਰਹੇ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ ਰਾਗ ਆਸਾ ਦੇ ਵਿੱਚ। ਇੱਕ ਜੋ ਅਦੁੱਤੀ ਹੈ ਉਹ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ। ਇਹ ਜਿਹੜਾ ਪਾਵਨ ਮੰਗਲ ਕੀਤਾ ਹੈ ਇਸ ਨੂੰ ਕਿਹਾ ਜਾਂਦਾ ਹੈ ਵਸਤੂ ਨਿਰਦੇਸ਼ਕ ਮੰਗਲ। 4 ਪ੍ਰਕਾਰ ਦੇ ਮੰਗਲ ਰੱਬ ਦੇ ਪਿਆਰੇ ਵਿਦਵਾਨਾਂ ਮਹਾਂਪੁਰਖਾਂ ਨੇ ਮੰਨੇ ਹਨ। ਉਹਨਾਂ ਦੇ ਵਿੱਚੋਂ ਇਹ ਪਹਿਲੇ ਨੰਬਰ ਦੇ ਉੱਪਰ ਮੰਗਲ ਹੈ ਜਿਸ ਨੂੰ ਵਸਤੂ ਨਿਰਦੇਸ਼ਕ ਮੰਗਲ ਕਿਹਾ, ਜਿਸ ਦੇ ਵਿੱਚ ਵਸਤੂ ਦਾ ਜਨਾਇਕ ਕੀਤਾ ਜਾਵੇ, ਵਸਤੂ ਨੂੰ ਜਨਾਇਆ ਜਾਵੇ ਕਿ ਪਰਮਾਤਮਾ ਇੱਕ ਹੈ, ਉਹ ਸਾਰਿਆਂ ਦੇ ਪ੍ਰਕਾਸ਼ ਕਰਨ ਵਾਲਾ ਹੈ, ਸੱਚੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ। ਔਰ ਸੰਪਰਦਾਇ ਮਹਾਂਪੁਰਖਾਂ ਨੇ ਇਹ ਪਾਵਨ ਬਚਨ ਕਹੇ ਹਨ। ਜਿਹੜਾ ਆਪਾਂ ਪਾਵਨ ਸ਼ਬਦ ਪੜ੍ਹਦੇ ਆ ਨਾ ਸ਼ਲੋਕ ਡੰਡੌਤ ਬੰਦਨਾ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਿਗੁਰੂ ਇੰਨੇ ਆਲਮ ਫਾਜ਼ਲ ਕੇ ਇੱਕ ਪਾਵਨ ਸ਼ਲੋਕ ਦੇ ਵਿੱਚ ਜਿਹੜੇ 4 ਪ੍ਰਕਾਰ ਦੇ ਮੰਗਲ ਹਨ ਉਹਨਾਂ ਦਾ ਜ਼ਿਕਰ ਸਤਿਗੁਰੂ ਧੰਨ ਗੁਰੂ
ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ। ਸੋ ਇਹ ਵਸਤੂ ਨਿਰਦੇਸ਼ਕ ਮੰਗਲ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪਾਵਨ ਸ਼ਬਦ ਦੀ ਆਰੰਭਤਾ ਕਰਦੇ ਹਨ। ਸੋ ਦਰ ਤੇਰਾ ਸੋ ਘਰ ਕੇਹਾ, ਜਿਤ ਬਹਿ ਸਰਬ ਸਮਾਲੇ। ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਪ੍ਰਮਾਤਮਾ ਸੋ ਦਰ ਤੇਰਾ ਕਿਹਾ। ਸੋ ਦਾ ਅਰਥ ਹੁੰਦਾ ਹੈ ਉਹ ਦਰ ਤੇਰਾ ਕਿਹੋ ਜਿਹਾ ਹੈ, ਉਹ ਦਰਵਾਜ਼ਾ ਤੇਰਾ ਕਿਹੋ ਜਿਹਾ ਹੈ, ਉਹ ਘਰ ਤੇਰਾ ਕਿਹੋ ਜਿਹਾ ਹੈ ਜਿਸ ਦੇ ਵਿੱਚ ਬਹਿ ਕੇ ਤੂੰ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ, ਸਾਰਿਆਂ ਦੀ ਪਰਵਿਸ਼ ਕਰ ਰਿਹਾ ਹੈ। ਸੋ ਦਰ ਤੇਰਾ ਕਿਹਾ। ਹੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਹਨ ਕਿ ਉਹ ਸਤ ਸੰਗਤ ਰੂਪੀ ਦਰ ਇਸ ਮਾਤ ਲੋਕ ਦੇ ਵਿੱਚ ਤੇਰਾ ਕਿਹੋ ਜਿਹਾ ਹੈ। ਸੋ ਘਰ ਕਿਹਾ, ਸੱਚਖੰਡ ਰੂਪੀ ਘਰ ਤੇਰਾ ਕਿਹੋ ਜਿਹਾ ਹੈ। ਇਹ ਪ੍ਰਮਾਤਮਾ ਤੂੰ ਇੰਨਾ ਸਮਰੱਥ ਹੈ ਕਿ ਸਾਰਿਆਂ ਦੀ ਜਿੱਤ ਬਹਿ ਸਰਬ ਸੰਭਾਲੇ। ਜਿਸ ਦੇ ਵਿੱਚ ਬੈਠ ਕੇ, ਸਰਬ ਦਾ ਅਰਥ ਹੈ ਸਾਰੇ ਜਿੰਨੇ ਵੀ ਸਤ ਸੰਗਤ ਦੇ ਵਿੱਚ ਬੈਠਦੇ ਹਨ, ਸੰਭਾਲੇ ਤੈਨੂੰ ਚੇਤੇ ਕਰਦੇ ਹਨ, ਤੈਨੂੰ ਯਾਦ ਕਰਦੇ ਹਨ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਨ ਹਾਰੇ। ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਅਨੇਕਾਂ ਜਿਹੜੇ ਨਾਦ, ਜਿਵੇਂ 5 ਪ੍ਰਕਾਰ ਦੇ ਜਿਹੜੇ ਹਨ ਉਹ ਆਹਤ ਸ਼ਬਦ ਮੰਨੇ ਗਏ ਹਨ, ਉਹਨਾਂ ਦੇ ਵਿੱਚੋਂ ਇੱਕ ਨਾਦ ਸ਼ਬਦ ਹੈ। ਜਿਵੇਂ ਤੁਰਰੀ ਹੈ, ਨਫੀਰੀ ਹੈ, ਆਪਾਂ ਨਰਸਿੰਘਾ ਕਹਿੰਦੇ, ਇਹ ਸਾਰੇ ਨਾਦ ਸ਼ਬਦ ਦੇ ਵਿੱਚ ਆਉਂਦੇ ਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੰਨੇ ਵੀ ਨਾਦ ਸ਼ਬਦ ਵੱਜਦੇ ਹਨ ਉਹ ਤੇਰੇ ਦਰਵਾਜ਼ੇ ਦੇ ਉੱਪਰ ਜਿਤਨੇ ਵੀ ਪੂਰਨ ਵਾਲੇ ਹਨ ਉਹ ਤੈਨੂੰ ਹੀ ਚੇਤੇ ਕਰ ਰਹੇ ਹਨ। ਗਿਣਤੀ ਹੈ ਅਨੇਕ ਅਸੰਖਾ, ਅਨੇਕਾਂ ਹੀ ਹਨ। ਕਿੰਨੇ ਕੀ ਹਨ? ਅਸੰਖਾ। ਸੰਖ ਗਿਣਤੀ ਦੇ ਵਿੱਚ ਹੈ, ਅਸੰਖਾ ਗਿਣਤੀ ਤੋਂ ਬਾਹਰ ਹੈ। ਤੇ ਫਿਰ ਉਹਨਾਂ ਨੂੰ ਵਜਾਉਣ ਵਾਲੇ ਕਿਤੇ ਤੇਰੇ ਵਾਵਨ ਹਾਰੇ, ਕਿਤਨੇ ਕ ਹਨ ਜਿਹੜੇ ਉਹਨਾਂ ਵਾਜਿਆਂ ਨੂੰ ਵਜਾਉਂਦੇ ਹਨ। ਕੀਤੇ ਤੇਰੇ ਰਾਗ ਪਰੀ ਸਿਓ ਕਹੀ ਹੈ, ਕੀਤੇ ਤੇਰੇ ਗਾਵਨ ਹਾਰੇ। ਮਹਾਰਾਜ ਕਿਤਨੇ ਕ ਹਨ ਤੇਰੇ ਰਾਗ ਜਿਹੜਾ ਤੇਰਾ ਜਸ ਉਚਾਰਨ ਕਰ ਰਿਹਾ। ਪਰੀ ਦਾ ਅਰਥ ਹੈ ਉਹਨਾਂ ਦੀਆਂ ਘਰ ਵਾਲੀਆਂ, ਸਿਓ ਦਾ ਅਰਥ ਹੈ ਉਹਨਾਂ ਦੇ ਗਾਂ ਪੁੱਤਰ। ਕਹੀਏ ਕਿੰਨੇ ਕੁ ਕਹਿਣਾ ਕਰੀਏ ਤੇ ਕਿੰਨੇ ਕੁ ਉਹਨਾਂ ਨੂੰ ਗਾਉਣ ਵਾਲਿਆਂ ਦਾ ਕਥਨ ਕਰੀਏ। ਗਾਵਨ ਤੁਧਨੋ ਪਵਨ ਪਾਣੀ ਵੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਤੈਨੂੰ ਗਾਉਂਦੇ ਹਨ ਪੌਣ, ਜਿਹੜਾ ਪੌਣ ਦਾ ਅਭਿਮਾਨੀ ਦੇਵਤਾ ਪਵਨ ਦੇਵਤਾ। ਪਾਣੀ ਦਾ ਜਿਵੇਂ ਅਭਿਮਾਨੀ ਦੇਵਤਾ ਵਰਨ ਦੇਵਤਾ ਮੰਨਿਆ ਹੈ, ਉਹ ਵੀ ਤੈਨੂੰ ਗਾਉਂਦਾ ਹੈ। ਅਗਨ ਦੇਵਤਾ ਉਹ ਵੀ ਤੈਨੂੰ ਗਾ ਰਿਹਾ ਹੈ। ਜਾਂ ਇਸ ਦਾ ਅਰਥ ਮਹਾਂਪੁਰਖਾਂ ਨੇ ਇੱਕ ਇਹ ਵੀ ਕੀਤਾ ਹੈ ਕਿ ਰਜੋ ਤਮੋ ਸਤੋ ਸੁਭਾਅ ਵਾਲੇ ਜਿਹੜੇ ਲੋਕ ਹਨ, ਜਿਵੇਂ ਬਸੰਤਰ ਦੀ ਨਿਆਈ ਜਿਹੜੇ ਤਮੋ ਗੁਣੀ ਹਨ, ਪੌਣ ਦੀ ਨਿਆਈ ਇਸ ਸੰਸਾਰ ਦੇ ਵਿੱਚ ਜਿਹੜੇ ਰਜੋ ਗੁਣੀ ਹਨ, ਤੇ ਪਾਣੀ ਦੀ ਨਿਆਈ ਜਿਹੜੇ ਸ਼ਾਂਤ ਚਿੱਤ ਵਾਲੇ ਸਤੋ ਗੁਣੀ ਪੁਰਖ ਹਨ। हे ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਉਹ ਵੀ ਗਾਉਂਦੇ ਹਨ। ਗਾਵੇ ਰਾਜਾ ਧਰਮ ਦੁਆਰੇ, ਜਿਹੜਾ ਧਰਮ ਰਾਜਾ ਹੈ ਉਹ ਵੀ ਆਪਣੇ ਦੁਆਰੇ ਦੇ ਉੱਪਰ ਬੈਠ ਕੇ ਤੈਨੂੰ ਗਾ ਰਿਹਾ ਹੈ। ਜਿਹੜੇ ਰਾਜਿਆਂ ਨੇ ਧਰਮ ਦੁਆਰਾ ਆਪਣੇ ਜੀਵਨ ਦੇ ਵਿੱਚ ਧਰਮ ਕਮਾਇਆ ਹੈ, ਧਰਮ ਨੂੰ ਜੀਵਨ ਦੇ ਵਿੱਚ ਢਾਲਣਾ ਕੀਤਾ ਹੈ, ਉਹ ਵੀ ਇਸ ਸੰਸਾਰ ਦੇ ਵਿੱਚ ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਤੈਨੂੰ ਗਾਉਂਦੇ ਚੇਤੇ ਕਰਦੇ ਹਨ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। हे ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਤੈਨੂੰ ਗਾਉਂਦੇ ਹਨ ਜਿਹੜੇ ਚਿੱਤਰ ਗੁਪਤ ਹਨ,
ਜਾਂ ਜਿਹੜੇ ਗੁਪਤ ਚਿੱਤ ਮਨੁੱਖ ਕਰਮ ਕਰਦਾ ਹੈ ਉਹਨਾਂ ਨੂੰ ਲਿਖਣ ਵਾਲੇ ਹਨ, ਉਹ ਵੀ ਤੈਨੂੰ ਗਾਉਂਦੇ ਹਨ। ਇਵੇਂ ਦੱਸਿਆ ਹੈ ਕਿ ਜਿਹੜਾ ਚਿੱਤਰ ਹੈ ਉਹ ਦਿਨ ਦਾ ਲੇਖਾ ਲਿਖਦਾ ਹੈ ਮਨੁੱਖ ਦਾ, ਜਿਹੜਾ ਗੁਪਤ ਹੈ ਉਹ ਰਾਤ ਦਾ ਲੇਖਾ ਲਿਖਦਾ ਹੈ। ਜੋ ਵੀ ਮਨ ਦੇ ਵਿੱਚ ਹੈ ਫਿਰ ਲੇਖ ਲਿਖ ਧਰਮ ਵਿਚਾਰੇ, ਜੋ ਉਹਨਾਂ ਨੇ ਲੇਖਾ ਲਿਖਿਆ ਹੁੰਦਾ ਹੈ, ਜਿਹੜਾ ਧਰਮ ਰਾਜਾ ਉਸ ਦੀ ਵਿਚਾਰ ਕਰਦਾ ਹੈ। हे ਅਕਾਲ ਪੁਰਖ ਪ੍ਰਮਾਤਮਾ ਤੈਨੂੰ ਉਹ ਵੀ ਗਾ ਰਿਹਾ ਹੈ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਤੁਧ ਨੂੰ ਤੈਨੂੰ ਗਾਉਂਦੇ ਹਨ। ਈਸ਼ਰ ਸ਼ਿਵ ਜੀ, ਬ੍ਰਹਮਾ ਇਤਿਆਦਿਕ ਸਾਰੇ ਦੇਵਤੇ ਤੇ ਦੇਵੀ ਜਿਹੜਾ ਉਹਨਾਂ ਦੀਆਂ ਦੇਵੀਆਂ ਹਨ। ਜਿਵੇਂ ਸ਼ਿਵ ਜੀ ਦੀ ਘਰ ਵਾਲੀ ਪਾਰਵਤੀ ਹੈ, ਵਿਸ਼ਨੂੰ ਦੀ ਜਿਹੜੀ ਹੈ ਉਹ ਲక్ష్ਮੀ ਹੈ, ਇਸੇ ਢੰਗ ਦੇ ਨਾਲ ਜਿਹੜੀ ਬ੍ਰਹਮਾ ਦੀ ਘਰ ਵਾਲੀ ਹੈ ਉਹ ਸਰਸਵਤੀ ਹੈ। ਇਹ ਸਾਰੇ ਹੀ ਪ੍ਰਮਾਤਮਾ ਤੈਨੂੰ ਗਾਉਂਦੇ ਹਨ। ਤੇ ਦੇਵੀ ਜਿਹੜੇ 9 ਕਰੋੜ ਦੇਵੀਆਂ ਮੰਨੀਆਂ ਹਨ ਉਹ ਵੀ ਤੈਨੂੰ ਗਾਉਂਦੇ ਹਨ। ਤੇਰੇ ਸਦਾ ਸਵਾਰੇ, ਸਵਾਰ ਕੇ ਤੇਰੇ ਦਰ ਦੇ ਵਿੱਚ ਸ਼ੋਭਾ ਪਾਉਣ ਦੇ ਵਾਸਤੇ ਸਾਰੇ ਤੈਨੂੰ ਗਾਉਂਦੇ ਹਨ। ਗਾਵਨ ਤੁਧਨੋ ਇੰਦਰ ਆਸਣ ਬੈਠੇ, ਦੇਵਤਿਆ ਦਰ ਨਾਲੇ। ਜਿਹੜਾ ਇੰਦਰ ਹੈ ਉਹ ਵੀ ਪ੍ਰਮਾਤਮਾ ਤੈਨੂੰ ਗਾਉਂਦਾ ਹੈ, ਜਿਹੜਾ ਇੰਦਰ ਆਸਣ ਦੇ ਉੱਪਰ ਸਥਿਤ ਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਇੱਕ ਪਾਵਨ ਪਵਿੱਤਰ ਬਚਨ ਹੈ, ਕਹੂੰ ਇੰਦਰ ਰਾਜਾ ਸੋ ਮਿਲਤ ਇੰਦਰ ਪਦਵੀ ਸੀ, ਕਹੂੰ ਇੰਦਰ ਪਦਵੀ ਛਪਾਏ ਛਿਨ ਲੇਤ। ਜਿਵੇਂ ਇੱਕ ਪਿੰਡ ਦੇ ਵਿੱਚ ਜਿਸ ਨੂੰ ਜ਼ਿਆਦੀਆਂ ਵੋਟਾਂ ਪੈ ਜਾਣ ਉਹ ਸਰਪੰਚ ਬਣ ਜਾਂਦਾ ਹੈ। ਇੱਕ ਮੁਹੱਲੇ ਇੱਕ ਪੱਤੀ ਦੇ ਵਿੱਚ ਜਿਸ ਨੂੰ ਜ਼ਿਆਦੀਆਂ ਵੋਟਾਂ ਪੈ ਜਾਣ ਉਹ ਮੈਂਬਰ ਬਣ ਜਾਂਦਾ ਹੈ। ਇੱਕ ਏਰੀਏ ਦੇ ਵਿੱਚ ਜਿਸ ਨੂੰ ਜ਼ਿਆਦੀਆਂ ਵੋਟਾਂ ਪੈ ਜਾਣ ਉਹ ਚੇਅਰਮੈਨ ਬਣ ਜਾਂਦਾ ਹੈ। ਇਵੇਂ ਵੱਖੋ ਵੱਖਰੀਆਂ ਪਦਵੀਆਂ। ਇਵੇਂ ਪ੍ਰਮਾਤਮਾ ਦੇ ਘਰ ਦੇ ਵਿੱਚ ਵੀ ਇੱਕ ਇੰਦਰ ਪਦਵੀ ਹੈ, ਜਿਹਨੇ ਸੰਸਾਰ ਦੇ ਵਿੱਚ ਸਾਰਿਆਂ ਦੇ ਨਾਲੋਂ ਜ਼ਿਆਦਾ ਪੁੰਨ ਕੀਤੇ ਹੁੰਦੇ ਨਾ। ਜਿਹੜਾ ਪਹਿਲਾ ਇੰਦਰ ਬੈਠਾ ਹੁੰਦਾ ਹੈ ਉਹਦੇ ਜਦੋਂ ਪੁੰਨ ਖਤਮ ਹੋ ਜਾਂਦੇ ਉਹ ਫੇਰ ਮਾਤ ਲੋਕ ਦੇ ਵਿੱਚ ਜਨਮ ਲੈਂਦਾ ਹੈ ਤੇ ਦੂਸਰਾ ਉਸ ਪਦਵੀ ਦਾ ਅਭਿਮਾਨੀ ਉਸ ਦੇ ਉੱਪਰ ਬੈਠ ਜਾਂਦਾ ਹੈ। ਇਸ ਵਾਸਤੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇੰਦਰਾਸਨ ਸ਼ਬਦ ਵਰਤਿਆ ਵੀ ਜਿਹੜਾ ਇੰਦਰ ਆਸਣ ਦੇ ਉੱਪਰ ਬੈਠਾ ਹੁੰਦਾ ਹੈ ਉਹ ਕੋਈ ਵੀ ਹੋ ਸਕਦਾ ਹੈ। ਤੇ ਜਿੰਨੇ ਵੀ ਦੇਵਤਿਆਂ ਦਰ ਨਾਲੇ, ਦਰ ਦਾ ਅਰਥ ਮਹਾਂਪੁਰਖਾਂ ਨੇ ਕੀਤਾ ਦਾਲ, ਜਿੰਨੇ ਵੀ ਉਹਦੇ ਨਾਲ ਦੇ ਜਿਤਨੇ ਦੇਵਤੇ ਹਨ ਉਹਨਾਂ ਦੇ ਨਾਲ ਮਿਲ ਕਰਕੇ ਇਹ ਪ੍ਰਮਾਤਮਾ ਉਹ ਇੰਦਰ ਪਦਵੀ ਦੇ ਉੱਪਰ ਬੈਠਾ ਹੋਇਆ ਜਿਹੜਾ ਇੰਦਰ ਹੈ ਉਹ ਵੀ ਤੇਰੇ ਗੁਣਾਂ ਨੂੰ ਗਾਉਂਦਾ ਹੈ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਜਿਹੜੇ ਸਿੱਧ ਹਨ ਸਮਾਧੀਆਂ ਦੇ ਵਿੱਚ ਬੈਠੇ ਹੋਏ ਉਹ ਵੀ ਇਹ ਅਕਾਲ ਪੁਰਖ ਪ੍ਰਮਾਤਮਾ ਤੈਨੂੰ ਗਾਉਂਦੇ ਹਨ। ਜਿਹੜੇ ਸਾਧ ਵਿਚਾਰੇ ਹਨ, ਵਿਚਾਰਵਾਨ ਸਾਧੂ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਗਰੀਬ ਜਿਹੇ ਬਣ ਕੇ, ਨਿਮਾਣੇ ਨਿਤਾਣੇ ਜਿਹੇ ਬਣ ਕੇ ਤੈਨੂੰ ਗਾਉਂਦੇ ਹਨ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਇਹ ਪ੍ਰਮਾਤਮਾ ਜਿਹੜੇ 6 ਜਤੀ ਭੀਸ਼ਮ ਪਿਤਾਮਾ ਹਨੂਮਾਨ ਇਤਿਆਦਿਕ ਦੱਤਾਤਰੇ ਮੰਨੇ ਗਏ ਹਨ ਉਹ ਵੀ ਤੈਨੂੰ ਗਾਉਂਦੇ ਹਨ। ਜਿਹੜੇ ਸਤੀ ਰਾਜੇ ਹੋਏ ਉਹ ਵੀ ਇਹ ਵਾਹਿਗੁਰੂ ਪ੍ਰਮਾਤਮਾ ਤੈਨੂੰ ਗਾਉਂਦੇ ਹਨ। ਜਾਂ ਜਿਵੇਂ ਸਤੀਆਂ ਇਸਤਰੀਆਂ ਅਨਸੂਆ ਜਿਹੜੀ ਦੱਤਾਤਰੇ ਦੇ ਘਰ ਵਾਲੀ ਹੈ ਮੰਨੀ ਗਈ ਹੈ, ਇਸੇ ਢੰਗ ਤਰੀਕੇ ਦੇ ਨਾਲ ਜਿਹੜੀ ਸੀਤਾ ਹੈ ਉਸ ਨੂੰ ਸਤੀ ਕਹਿੰਦੇ ਹਨ। ਇਹ ਵਾਹਿਗੁਰੂ ਪ੍ਰਮਾਤਮਾ ਇਹ ਸਾਰੀਆਂ ਜਿਹੜੀਆਂ ਸਤੀ ਇਸਤਰੀਆਂ ਹਨ ਇਹ ਵੀ ਤੈਨੂੰ ਗਾਉਂਦੀਆਂ ਹਨ, ਇਹ ਵੀ ਤੈਨੂੰ ਚੇਤੇ ਕਰਦੀਆਂ ਹਨ। ਤੇ ਗਾਵਨ ਤੁਧਨੋਂ ਵੀਰ ਕਰਾਰੇ, ਜਿਹੜੇ 52 ਵੀਰ ਹਨ ਬੜੇ ਕਰੜੇ ਸੁਭਾਅ ਵਾਲੇ ਹਨ, ਜਿਨ੍ਹਾਂ ਦੇ ਕਰ ਆ ਰਹੇ ਜਿਹੜੇ ਹਾਥੀ ਆ ਰਿਆਂ ਦੇ ਵਰਗੇ ਹਨ ਉਹ ਵੀ ਤੈਨੂੰ ਗਾ ਰਹੇ ਹਨ। ਗਾਵਨ ਤੁਧਨੋ ਪੰਡਿਤ ਪੜਨ ਰਖੀ ਸੁਰ, ਜੁਗ ਜੁਗ ਵੇਦਾਂ ਨਾਲੇ। ਪ੍ਰਮਾਤਮਾ ਜੀ ਤੈਨੂੰ ਗਾਉਂਦੇ ਹਨ ਜਿਹੜੇ ਪੰਡਿਤ ਵਿਆਸ ਵਰਗੇ, ਉਹਨਾਂ ਦੇ ਕੋਲ ਪੜਨ ਵਾਲੇ ਜੈਮਨ ਮੁਨੀ ਵਰਗੇ ਹਨ ਜਿਹੜੇ
ਇਸੇ ਢੰਗ ਤਰੀਕੇ ਦੇ ਨਾਲ ਜਿਤਨੇ ਵੀ ਪ੍ਰਾਸਰ ਰਿਖੀ ਆਦਿਕ ਹਨ ਉਹ ਸਾਰੇ ਹੀ ਵਾਹਿਗੁਰੂ ਪ੍ਰਮਾਤਮਾ ਤੈਨੂੰ ਗਾਉਂਦੇ ਹਨ ਜੁਗ ਜੁਗ ਵੇਦਾਂ ਨਾਲੇ। ਜਿਹੜੇ ਜੁਗਾਂ ਜੁਗੰਤਰਾਂ ਤੋਂ, ਜੁਗ ਜੁਗ ਦਾ ਅਰਥ ਮਹਾਂਪੁਰਖਾਂ ਨੇ ਜੁਗ ਦਾ ਅਰਥ ਦੋ, ਜੋ ਚਾਰ ਵੇਦਾਂ ਦੇ ਨਾਲ ਰਹਿੰਦੇ ਹਨ। ਜਿਵੇਂ ਸਤਿਯੁਗ ਦੇ ਵਿੱਚ ਜਿਹੜਾ ਵੇਦ ਦਾ ਅਵਤਾਰ ਸੀ ਉਹ ਸ਼ਾਮ ਵੇਦ ਸੀ। ਇਵੇਂ ਮੰਨਿਆ ਜਾਂਦਾ ਸੀ ਕਿ ਚਿੱਟੇ ਕੱਪੜੇ ਧਾਰਨ ਕਰਕੇ ਉਸ ਨੂੰ ਪੜ੍ਹਿਆ ਜਾਵੇ। ਇਸੇ ਢੰਗ ਤਰੀਕੇ ਦੇ ਨਾਲ ਫਿਰ ਰਿਗਵੇਦ ਆ ਗਿਆ ਤ੍ਰੇਤੇ ਦੇ ਵਿੱਚ, ਤੇ ਉਸ ਨੂੰ ਜਿਹੜੇ ਉਸ ਵੇਲੇ ਦੇ ਲੋਕ ਸਨ ਉਹ ਲਾਲ ਕੱਪੜੇ ਪਾ ਕਰਕੇ ਪੜ੍ਹਿਆ ਕਰਦੇ ਸਨ। ਸਮਾਂ ਆਪਣੀ ਚਾਲੇ ਚੱਲਿਆ, ਤ੍ਰੇਤਾ ਯੁੱਗ ਆ ਗਿਆ, ਜਿਹੜਾ ਯੁਜੁਰਵੇਦ ਆ ਗਿਆ, ਇਸ ਨੂੰ ਜਿਹੜੇ ਪੀਲੇ ਕੱਪੜੇ ਪਾ ਕਰਕੇ ਪੜ੍ਹਦੇ ਸਨ। ਆ ਕਲਯੁਗ ਦੇ ਵਿੱਚ ਅਥਰਵਣ ਵੇਦ ਹੈ, ਇਸ ਨੂੰ ਆਮ ਤੌਰ ਤੇ ਕਾਲੇ ਕੱਪੜੇ ਪਾ ਕਰਕੇ ਪੜ੍ਹਨ ਦਾ ਹੁਕਮ ਹੈ। ਤਾਈਓ ਹੀ ਆਪ ਜੇ ਇਤਿਹਾਸ ਪੜ੍ਹੋ, ਜਿਹੜੇ ਕ੍ਰਿਸ਼ਨ ਜੀ ਸਨ ਉਹ ਪੀਲੇ ਕੱਪੜੇ ਪਾਇਆ ਕਰਦੇ ਸਨ। ਇਸ ਜਿਹੜੇ ਰਾਮਚੰਦਰ ਜੀ ਸਨ ਉਹ ਲਾਲ ਕੱਪੜੇ ਧਾਰਨ ਕਰਿਆ ਕਰਦੇ ਸਨ। ਜਿਹੜੇ ਸਤਿਯੁਗ ਦੇ ਅਵਤਾਰੀ ਪੁਰਖ ਹੋਏ ਜਿਵੇਂ ਬਾਮਨ ਅਵਤਾਰ, ਉਹਨਾਂ ਨੇ ਸਰੀਰ ਦੇ ਉੱਪਰ ਪੰਡਤਾਂ ਵਾਲਾ ਚਿੱਟਾ ਲਿਬਾਸ ਧਾਰਨ ਕੀਤਾ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਚਾਰ ਵੇਦਾਂ ਦੇ ਨਾਲ ਹੋਏ ਜਿਹੜੇ ਵੇਦ ਅਵਤਾਰ ਮੰਨੇ ਗਏ ਹਨ, हे ਅਕਾਲ ਪੁਰਖ ਪ੍ਰਮਾਤਮਾ ਉਹ ਵੀ ਤੈਨੂੰ ਗਾਉਂਦੇ ਹਨ। ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸਵਰਗ ਮੱਛ ਪਾਏ ਆਲੇ। हे ਵਾਹਿਗੁਰੂ ਪ੍ਰਮਾਤਮਾ ਤੂੰ ਸਾਰਿਆਂ ਦੇ ਮਨਾਂ ਨੂੰ ਹਰਨ ਵਾਲਾ ਹੈ, ਮੋਹਨ ਹੈ। ਤੈਨੂੰ ਜਿਹੜੀਆਂ ਮੋਹਣੀਆਂ ਮਨਾਂ ਨੂੰ ਮੋਹਣ ਵਾਲੀਆਂ ਇਸਤਰੀਆਂ ਹਨ, ਜਿਵੇਂ ਪਦਮਨੀ ਜਾਤੀ ਦੀਆਂ ਹਨ, ਸੋਹਣੀਆਂ ਸੁੰਦਰ ਸਰੂਪ ਵਾਲੀਆਂ ਇਸਤਰੀਆਂ ਹਨ, ਉਹ ਵੀ ਤੈਨੂੰ ਚੇਤੇ ਕਰਦੀਆਂ। ਚੇਤੇ ਕਿਉਂ ਕਰਦੀਆਂ ਹਨ ਕਿ ਪ੍ਰਮਾਤਮਾ ਸਾਡੇ ਕਰਮ ਹੀ ਇਹੋ ਜਿਹੇ ਦੁਸ਼ ਕਰਮ ਹਨ, ਕਿਰਪਾ ਕਰਕੇ ਇਹ ਕਰਮ ਸਾਡੇ ਮੁਆਫ ਕਰ ਦੋ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਸ ਪਦਮਨੀ ਜਾਤੀ ਦੀਆਂ ਇਸਤਰੀਆਂ ਨੇ ਆਣ ਕੇ ਹਾਵ ਭਾਵ ਦਿਖਾਏ, ਇੱਥੋਂ ਤੱਕ ਸਰੀਰ ਦੇ ਜਿਹੜੇ ਬਸਤਰ ਸਨ ਉਹਨਾਂ ਨੂੰ ਵੀ ਲਾਤਾ ਸੀ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਨ੍ਹਾਂ ਨੇ ਗੁਰੂ ਕੇ ਸਿੱਖਾਂ ਨੂੰ ਉਪਦੇਸ਼ ਦੇਣਾ ਸੀ, ਜਾਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪੁੱਤਰੀਆਂ ਕਹਿ ਕਰਕੇ ਸੰਬੋਧਨ ਕੀਤਾ। ਕਿਉਂਕਿ ਭਾਈ ਗੁਰਦਾਸ ਜੀ ਨੇ ਇਹ ਬਚਨ ਕਿਹਾ ਹੈ ਕਿ ਵੱਡਾ ਵਿਕਰਮੀ ਜਾਣੀਏ ਧੀ ਭੈਣੋ ਸੰਗੇ। ਜਿੱਡਾ ਮਰਜੀ ਵੱਡਾ ਕੁਕਰਮੀ ਹੋਵੇ, ਉਹ ਕੁਕਰਮ ਕਰਨ ਲੱਗਿਆ ਆਪਣੀ ਧੀ ਤੇ ਭੈਣ ਦੇ ਕੋਲੋਂ ਸੰਕੋਚ ਕਰੇਗਾ ਨਾ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਧੀਆਂ ਕਹਿਤਾ, ਮੁਬਾਰਕ ਰਸਨਾ ਤੋਂ ਪਾਵਨ ਸ਼ਬਦ ਸੁਣਨ ਦੀ ਦੇਰ ਸੀ, ਮਨ ਦੇ ਵਿੱਚ ਜਿੰਨੀ ਵੀ ਵਕਾਰਾਂ ਵਾਲੀ ਮੈਲ ਸੀ ਉਹ ਲੈ ਗਏ, ਚਰਨਾਂ ਤੇ ਡਿੱਗ ਪਈਆਂ। ਮਹਾਰਾਜ ਅਸੀਂ ਤੇ ਸਾਡਾ ਤੇ ਸਰੀਰ ਹੀ ਇਸ ਕੰਮ ਦੇ ਵਾਸਤੇ ਵਰਤਿਆ ਗਿਆ ਕਿ ਜਿਹੜੇ ਮਹਾਤਮਾ ਹਨ ਉਹਨਾਂ ਦੀ ਪਰਖ ਕੀਤੀ ਜਾਓ। ਪਤਾ ਨਹੀਂ ਕਿਤਨੇ ਕ ਆਪਣੇ ਆਪ ਨੂੰ ਜਤੀ ਕਹਾਉਂਦੇ ਸਨ, ਜਿਨ੍ਹਾਂ ਦੇ ਅਸੀਂ ਜਾਤ ਤੋਰੇ, ਜਾਤ ਭੰਗ ਕੀਤੇ, ਕਿਰਪਾ ਕਰੋ ਸਾਨੂੰ ਮੁਆਫ ਕਰੋ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸ਼ੁਭ ਸਿੱਖਿਆ, ਸ਼ੁਭ ਉਪਦੇਸ਼ ਦਿੱਤਾ। ਮਨ ਦੇ ਵਿੱਚੋਂ ਵਿਕਾਰਾਂ ਦੀ ਮੈਲ ਨੂੰ ਤਿਆਗ ਕੇ ਉਪਦੇਸ਼ ਨੂੰ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਉਹਨਾਂ ਨੇ ਸਕਾਰਥ ਕੀਤਾ। ਇਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਪਤਾ ਨਹੀਂ ਕਿੰਨੀਆਂ ਐਸੀਆਂ ਇਸਤਰੀਆਂ ਜਿਹੜੀਆਂ ਲੋਕਾਂ ਦੇ ਮਨਾਂ ਨੂੰ ਹਰਨ ਵਾਲੀਆਂ। हे ਅਕਾਲ ਪੁਰਖ ਪ੍ਰਮਾਤਮਾ ਉਹ ਵੀ ਤੈਨੂੰ ਚੇਤੇ ਕਰਦੀਆਂ ਕਿਉਂ ਹਨ ਕਿ ਅਸੀਂ ਤਾਂ ਦੁਸ਼ ਕਰਮ ਕੀਤੇ ਹਨ, ਪਤਾ ਨਹੀਂ ਰੱਬ ਦੀ ਦਰਗਾਹ ਦੇ ਵਿੱਚ ਬਖਸ਼ੀਆਂ ਜਾਵਾਂਗੀਆਂ ਜਾਂ ਨਹੀਂ। ਆਪਾਂ ਗਣਕਾਂ ਦੇ ਬਾਰੇ ਪੜ੍ਹਦੇ, ਜਿਸ ਦੇ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ, ਗਣਕਾ ਪਾਪਣ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ। ਭਾਈ ਗੁਰਦਾਸ ਜੀ ਕਹਿੰਦੇ ਦੁਨੀਆ ਦੇ ਲੋਕ ਚੰਗੇ ਕਰਮ ਕਰਨ ਤੇ ਉਹਨਾਂ ਦੇ ਗਲ ਦੇ ਵਿੱਚ ਫੁੱਲਾਂ ਦੇ ਹਾਰ ਪਾਈ ਜਾਂਦੇ, ਪਰ ਇੰਨੇ ਮਾੜੇ ਕਰਮ ਕਿ ਪਾਪਾਂ ਦਾ ਜਿਹੜਾ ਹਾਰ ਹੈ ਨਾ, ਉਹ ਗਣਕਾ ਨੇ ਆਪਣੇ ਗਲ ਦੇ ਵਿੱਚ ਪਰੋ ਕੇ ਪਾਇਆ ਹੋਇਆ। ਪਰ ਦੇਵ ਨੇਤ ਐਸੀ ਹੋਈ, ਰੱਬ ਦੇ ਪਿਆਰਿਆਂ ਦੀ ਸੰਗਤ ਮਿਲੀ, ਜੀਵਨ ਦਾ ਭਲਾ ਹੋ ਗਿਆ।
सतगुरु धन गुरु ग्रंथ साहिब जी का पावन पवित्र बचन है। अजामल पापी जग जानै निमख माहे निस्तार। अजामल वर्गा जिहड़ा महान विद्वान वेसवा दा संग करके नगर चों बाहर कढ़ता, जंगल दे विच जाके वसन लग पिया, परमात्मा दे प्यारियां दी संगत होई ते बचन किया जिहड़ा तेरी इस्त्री दे कुख दे विचों हुण पुत्र ने जन्म लैना, इस दा नाम नारायण रखी, तेरे जीवन दा भला होवेगा। चंगा कर्म जागिया, पुत्र ने जन्म लिया, नाम नारायण रखिया। आखिर वेले जदों जम दिखे तां जुबान तो नारायण शब्द लिखिया निकलिया। धन गुरु ग्रंथ साहिब जी दा पावन पवित्र बचन है। पुत्रन हेत नारायण कहियो, जम कंकर मार बिदारे। इवें धन गुरु गुरु नानक देव महाराज सच्चे पातशाह जी कहंदे लोकां दे मनां नूं हरन वालियां ਜਿਹੜੀਆਂ ਮੋਹਣੀਆਂ ਹਨ, ਜਾਂ दूसरा अर्थ महापुरखा ने कीता है कि जिन्हां दे जीवन दे विच मोह हनियां, हनियां दा अर्थ हुंदा है नाश करना। ਜਿਹੜੇ रब दे प्यारे साधु महात्मा परमेश्वर दीयां इस्त्रियां बन के जीव रूपी इस्त्रियां ने मोह नूं ही नाश कर लिया। हे परमात्मा ਉਹ भी तैनूं गाउंदे आ। ते फिर सुरग मछ पयाले, स्वर्ग मछ मात ते पयाल लोक दे विच जितने भी लोक हन परमात्मा तेनू गाउंदे हन। गावन तुदनो रतन उपाए तेरे, 68 तीरथ नाले। हे अकाल पुरख वाहिगुरु परमात्मा जेड़े तेरे पैदा कीते हुए 14 रतन हन, ਉਹ ਵੀ परमात्मा तेरे नाम ਨੂੰ ਹੀ ਗਾਉਂਦੇ ਹਨ, तेरे नाम ਨੂੰ ਹੀ ਚੇਤੇ ਕਰਦੇ। ਜਾਂ ਅਸੀਂ ਆਮ ਤੌਰ ਤੇ ਜਿਹੜੇ ਰਤਨ ਦੇਖਦੇ ਹਨ ਉਹ ਵੀ परमात्मा ਨੂੰ ਚੇਤੇ ਕਰਦੇ ਕਿ परमात्मा ਦੀ ਕਿਰਪਾ ਦੇ ਨਾਲ ਸਾਡਾ ਇੰਨਾ ਸੋਹਣਾ ਪ੍ਰਕਾਸ਼। 68 ਤੀਰਥ ਨਾਲੇ, 68 ਜਿਹੜੇ ਤੀਰਥ ਮੰਨੇ ਗਏ ਹਨ ਉਹਨਾਂ ਦੇ ਜਿਹੜੇ ਬਣਾਉਣ ਵਾਲੇ ਹਨ, ਉਹਨਾਂ ਦੇ ਕਰਤਾ ਸਾਧੂ ਮਹਾਤਮਾ ਹਨ, ਉਹ ਵੀ ਇਹ ਪ੍ਰਮਾਤਮਾ ਤੈਨੂੰ ਗਾਉਂਦੇ ਹਨ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਇਹ ਪ੍ਰਮਾਤਮਾ ਜਿਹੜੇ ਯੋਧੇ ਹਨ, ਯੋਧਾ ਉਸ ਨੂੰ ਮੰਨਿਆ ਗਿਆ ਹੈ। 3 ਪ੍ਰਕਾਰ ਦੇ ਜਿਹੜੇ ਸੂਰਮੇ ਹਨ ਉਹ ਮੰਨੇ ਜਾਂਦੇ ਹਨ। ਆਪਾਂ ਪੜ੍ਹਦੇ ਹਾਂ ਰਥੀ, ਮਹਾਰਥੀ ਤੇ ਅਤਰਥੀ। ਇਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਉਹ ਜਿਹੜੇ 3 ਪ੍ਰਕਾਰ ਦੇ ਸੂਰਮੇ, ਉਹਨਾਂ ਨੂੰ ਇੱਕ ਨੂੰ ਕਿਹਾ ਗਿਆ ਯੋਧਾ, ਇੱਕ ਨੂੰ ਮਹਾਬਲੀ ਤੇ ਇੱਕ ਨੂੰ ਸੂਰਮਾ। ਜਿਹੜਾ ਯੋਧਾ ਹੈ ਜਿਹਨੂੰ ਆਪਾਂ ਹੁਣ ਪੜ੍ਹ ਰਹੇ ਹਾਂ ਜੋਧ ਸ਼ਬਦ, ਜਿਹੜਾ ਜੋਧ ਸ਼ਬਦ ਆਉਂਦਾ ਉਹ ਸੂਰਮਾ ਹੈ ਜਿਹੜਾ 100 ਦੇ ਨਾਲ ਜਾਂ 1000 ਦੇ ਨਾਲ ਜੰਗ ਲੜ ਕੇ ਤੇ ਫਤਿਹ ਪ੍ਰਾਪਤ ਕਰਦਾ। ਮਹਾਬਲੀ ਸੂਰਮਾ ਉਹ ਹੈ ਜਿਹੜਾ 10,000 ਸੈਨਾ ਦੇ ਨਾਲ ਲੜ ਕੇ ਤੇ ਫਤਿਹ ਦੀ ਪ੍ਰਾਪਤੀ ਕਰ ਲਵੇ, ਜਿੱਤ ਪ੍ਰਾਪਤ ਕਰ ਲਵੇ। ਤੇ ਸੂਰਮਾ ਉਹ ਹੈ ਜਿਹੜਾ ਅਨੇਕਾਂ ਦੇ ਨਾਲ ਜੰਗ ਕਰਦਾ ਹੋਇਆ ਇਸ ਸੰਸਾਰ ਦੇ ਵਿੱਚ ਫਤਿਹ ਪ੍ਰਾਪਤ ਕਰਦਾ। ਅੰਤਰੀਵੀ ਅਰਥ ਮਹਾਂਪੁਰਖਾਂ ਨੇ ਕੀਤੇ ਹਨ। ਜਿਹੜਾ ਆਪਾਂ ਪਾਵਨ ਸ਼ਬਦ ਪੜ੍ਹਦੇ ਹਾਂ, ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੋ, ਇਹਦੇ ਵਿੱਚ ਵਿਦਿਆ ਮਾਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਨੇ ਅਰਥ ਕੀਤੇ ਹਨ ਕਿ ਜਿਹੜਾ ਸਰੀਰ ਦੇ ਉੱਪਰ ਕਾਬੂ ਪਾ ਲੈਂਦਾ ਹੈ ਉਹ ਇਸ ਸੰਸਾਰ ਦੇ ਵਿੱਚ ਯੋਧਾ ਹੈ। ਮਨ ਅਜੇ ਕਾਬੂ ਦੇ ਵਿੱਚ, ਸਰੀਰ ਦੇ ਸਮੇਤ ਜਿਹੜਾ ਇੰਦਰੀਆਂ ਤੇ ਕਾਬੂ ਪਾ ਲੈਂਦਾ, ਮਨ 'ਚ ਵਿਕਾਰ ਭਰਮਦੇ ਹਨ, ਉਹ ਮਹਾਬਲੀ ਹੈ। ਤੇ ਜਿਹੜਾ ਆਤਮ ਜਿਨੇ ਸਗਲ ਵਸ ਤਾਕ ਹੈ, ਮਨ ਦੇ ਸਮੇਤ ਇੰਦਰੀਆਂ ਤੇ ਸਰੀਰ ਦੇ ਉੱਪਰ ਕਾਬੂ ਪਾ ਲੈਂਦਾ, ਉਹ ਸੂਰਮਾ ਹੈ। ਜਿਹੜੇ ਐਸੇ ਹਨ, हे परमात्मा ਕਈਆਂ ਨੇ ਸਰੀਰ ਦੇ ਉੱਪਰ ਕਾਬੂ ਪਾਇਆ, ਮਨ ਵਿਕਾਰਾਂ ਵਾਲੇ ਪਾਸੇ ਨੂੰ ਖਿੱਚਦਾ ਹੈ, ਇੰਦਰੀ ਵਿਕਾਰਾਂ ਵਾਲੇ ਪਾਸੇ ਨੂੰ ਜਾਂਦੇ ਹਨ। ਪਰ ਸਰੀਰ ਕਰਕੇ ਇਹ ਕਹਿੰਦੇ ਵੀ ਤੂੰ ਸਿੱਖ ਹੈ, ਜੇ ਉਧਰ ਚਲੇ ਗਿਆ ਤੇ ਤੈਨੂੰ ਦੁਨੀਆ ਦੇ ਲੋਕ ਕੀ ਕਹਿਣਗੇ। ਮਨ 'ਚ ਵਿਕਾਰ ਹਨ ਪਰ ਸਰੀਰ ਕਰਕੇ ਮਾੜਾ ਭੈੜਾ ਕਰਮ ਨਹੀਂ ਕਰਦੇ, ਪ੍ਰਮਾਤਮਾ ਚੇਤੇ ਤੈਨੂੰ ਉਹ ਵੀ ਕਰਦੇ ਆ। ਜਿਹੜੇ ਇੰਦਰੀਆਂ ਦੇ ਸਰੀਰ ਦੇ ਸਮੇਤ ਇੰਦਰੀਆਂ ਦੇ ਉੱਪਰ ਕਾਬੂ ਪਾਇਆ, ਮਨ 'ਚ ਵਿਚਾਰ ਆਉਂਦੀ ਹੈ ਪਰਾਇਆ ਰੂਪ ਦੇਖਣਾ ਹੈ ਪਰ ਅੱਖਾਂ ਤੇ ਕੰਟਰੋਲ, ਚੁਗਲੀ ਨਿੰਦਿਆ ਜ਼ੁਬਾਨ ਦੇ ਨਾਲ ਨਹੀਂ ਕਰਦੇ, ਚੱਲ ਕੇ ਪੈਰਾਂ ਦੇ ਨਾਲ ਮਾੜੀ ਸੰਗਤ ਦੇ ਵਿੱਚ ਨਹੀਂ ਜਾਂਦੇ,
ਹੱਥਾਂ ਦੇ ਨਾਲ ਚੋਰੀ ਨਹੀਂ ਕਰਦੇ, ਇਵੇਂ ਕੰਨਾਂ ਦੇ ਨਾਲ ਜਿਹੜੀ ਨਿੰਦਿਆ ਹੈ ਉਹ ਸੁਣਦੇ ਨੇ। ਇਵੇਂ ਜਿਨ੍ਹਾਂ ਦਾ ਇੰਦਰੀਆਂ ਦੇ ਉੱਪਰ ਕੰਟਰੋਲ ਹੈ ਨਾ ਸਰੀਰ ਦੇ ਸਮੇਤ ਪ੍ਰਮਾਤਮਾ, ਉਹ ਵੀ ਤੈਨੂੰ ਜਿੱਤੇ। ਤੇ ਜਿਨ੍ਹਾਂ ਨੇ ਸਾਰੇ ਮਨ ਜਿੱਤਿਆ, ਜਗ ਜੀਤ ਮਨ ਨੂੰ ਹੀ ਜਿੱਤਿਆ ਹੋਇਆ ਹੈ, ਇੰਦਰੀਆਂ ਸਰੀਰ ਦੇ ਸਮੇਤ ਪ੍ਰਮਾਤਮਾ ਤੈਨੂੰ ਉਹ ਵੀ ਚੇਤੇ ਕਰ। ਫਿਰ ਗਾਵਨ ਤੁਧਨੋਂ ਖਾਣੀ ਚਾਰੇ, ਜਿਹੜੇ ਚਾਰ ਖਾਣੀਆਂ ਹਨ ਅੰਦਰ ਜੇਰੇ ਸੇਤਜ ਉਤਭੁਜ, ਇਹਨਾਂ ਦੇ ਵਿੱਚ ਜਿਵੇਂ ਜੀਵ ਹੋਏ ਇਹ ਪ੍ਰਮਾਤਮਾ ਉਹ ਵੀ ਤੈਨੂੰ ਚੇਤੇ ਕਰ। ਚਾਰੇ ਜਿਹੜੇ ਸੁੰਦਰ ਖਾਣੀਆਂ ਦੇ ਵਿੱਚ ਜੀਵ ਪ੍ਰਮਾਤਮਾ ਤੂੰ ਪੈਦਾ ਕੀਤੇ ਉਹ ਵੀ ਤੈਨੂੰ ਯਾਦ ਕਰਦੇ ਹਨ। ਗਾਵਨ ਤੁਧਨੋਂ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜਿਹੜੀ ਤੂੰ ਇਹ ਖੰਡ 9 ਖੰਡ ਦੀ ਪ੍ਰਿਥਵੀ ਬਣਾਈ ਹੈ। ਭਾਰਤ ਵਰਸ਼ ਦਾ ਇਤਿਹਾਸ ਪੜ੍ਹੀਏ ਤੇ ਇੱਕ ਰਾਜਾ ਹੋਇਆ ਜਿਸ ਰਾਜ ਦਾ ਨਾਮ ਸੀ ਜੁਜਾਤੀ ਰਾਜਾ। ਉਸ ਰਾਜੇ ਦੇ 9 ਪੁੱਤਰ ਸਨ। ਸਾਰੇ ਸੰਸਾਰ ਦੇ ਉੱਪਰ ਉਸਨੇ ਫਤਿਹ ਕੀਤੀ ਹੋਈ ਸੀ। ਮਰਨ ਤੋਂ ਪਹਿਲੋਂ ਇੱਕ ਸਿਆਣੇ ਪਿਓ ਦੀ ਇਹ ਸੋਚ ਹੁੰਦੀ ਹੈ ਕਿ ਪੁੱਤਰਾਂ ਨੂੰ ਜਿਹੜੀ ਸਾਰ ਵੰਡ ਮੈਂ ਕਰ ਦੇਵਾਂ, ਬਰੋਬਰ ਦੀ ਵੰਡ ਕਰ ਦੇਵਾਂ, ਜਿਸ ਦੇ ਕਾਰਨ ਆਪਸ ਵਿੱਚ ਦੀ ਲੜਦੇ ਭਿੜਦੇ ਨਾ ਰਹੇ। ਉਹਨੇ 9 ਪੁੱਤਰਾਂ ਨੂੰ ਬਣਦੀ ਹੋਈ ਜਿਹੜੀ ਧਰਤੀ ਸੀ ਜਿੱਥੇ ਉਸ ਦਾ ਰਾਜ ਸੀ ਉਸ ਦੇ ਟੁਕੜੇ ਕਰਤੇ, ਸਾਰੀ ਸ੍ਰਿਸ਼ਟੀ ਨੂੰ ਜਿੱਥੇ ਉਹ 9 ਟੁਕੜੇ, ਉਹਨਾਂ ਦੇ ਵਿੱਚੋਂ ਜਿਹੜਾ ਭਰਥੂ ਉਸ ਦਾ ਪੁੱਤਰ ਸੀ ਉਸ ਨੂੰ ਜਿਹੜਾ ਭਾਰਤ ਖੰਡ ਦੇ ਦਿੱਤਾ, ਜਿਹਨੂੰ ਆਪਾਂ ਭਾਰਤ ਖੰਡ ਕਹਿੰਦੇ ਹਨ। ਇਵੇਂ ਦੇ 8 ਟੁਕੜੇ ਹੋਰ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ 9 ਖੰਡਾਂ ਵਾਲੀ ਇਹ ਪ੍ਰਿਥਵੀ, ਖੰਡ ਦਾ ਅਰਥ ਹੁੰਦਾ ਹੈ ਟੁਕੜਿਆਂ, 9 ਟੁਕੜਿਆਂ 9 ਹਿੱਸਿਆਂ ਦੇ ਵਿੱਚ ਵੰਡੀ ਹੋਈ ਇਹ ਪ੍ਰਿਥਵੀ ਮੰਨੀ ਗਈ ਹੈ। ਬ੍ਰਹਿਮੰਡ ਜਿਹੜਾ 400 ਕੋਹ ਦਾ ਮੰਨਿਆ ਗਿਆ, 400 ਯੋਜਨ ਦਾ ਮੰਨਿਆ ਗਿਆ ਹੈ। ਫਿਰ ਇਸੇ ਤਰੀਕੇ ਦੇ ਨਾਲ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਮੰਡਲ ਹਨ, ਇਹ ਅਕਾਲ ਪੁਰਖ ਪ੍ਰਮਾਤਮਾ ਇਹਨਾਂ ਤੇ ਵਸਣ ਵਾਲੇ ਜਿਹੜੇ ਜੀਵ ਜਿਹੜੇ ਤੇਰੇ ਧਾਰੇ ਹੋਏ, ਤੇਰੇ ਬਣਾਏ ਹੋਏ ਹਨ, ਉਹ ਵੀ ਤੈਨੂੰ ਚੇਤੇ ਕਰਦੇ ਹਨ। ਸੇਈ ਤੁਧਨੋਂ ਗਾਵਨ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਪ੍ਰਮਾਤਮਾ ਜਿਹੜੇ ਤੈਨੂੰ ਭਾ ਗਏ ਉਹ ਹੀ ਤੈਨੂੰ ਗਾਉਂਦੇ ਹਨ। ਧਨਾਸਰੀ ਰਾਗ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਤੁਧ ਭਾਵਾ ਤਾਂ ਗਾਵਾ। ਹੇ ਵਾਹਿਗੁਰੂ ਪ੍ਰਮਾਤਮਾ, ਜੇ ਤੈਨੂੰ ਭਾਵਾਂ ਤਾਂ ਤੈਨੂੰ ਗਾ ਸਕਦਾ, ਜੇ ਤੈਨੂੰ ਨਹੀਂ ਭਾਉਂਦਾ ਤੇ ਮੈਂ ਤੇਰਾ ਨਾਮ ਹੀ ਨਹੀਂ ਲੈ ਸਕਦਾ, ਤੈਨੂੰ ਗਾ ਹੀ ਨਹੀਂ ਸਕਦਾ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਸੇ ਤੁਧਨੋਂ ਗਾਵਨ ਜੋ ਤੁਧ ਭਾਵਨ। ਪ੍ਰਮਾਤਮਾ ਜਿਹੜੇ ਤੈਨੂੰ ਭਾਉਂਦੇ ਉਹ ਤੈਨੂੰ ਗਾਉਂਦੇ ਆ। ਫਿਰ ਰੱਤੇ ਤੇਰੇ ਭਗਤ ਰਸਾਲੇ, ਇਹ ਰਸਾਂ ਦੇ ਆਲੇ ਘਰ ਸੁੰਦਰ ਵਾਹਿਗੁਰੂ ਪ੍ਰਮਾਤਮਾ, ਇਹਨਾਂ ਰਸਦਾਇਕ ਹੈ ਤੇਰਾ ਨਾਮ। ਜਿਹੜੇ ਇਸ ਨੂੰ ਜਪ ਲੈਂਦੇ ਹਨ ਉਹ ਕਹਿੰਦੇ ਹਨ ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਪਾ। ਜਿਹਨੂੰ ਨਾਮ ਦਾ ਰਸ ਆ ਗਿਆ, ਦੁਨੀਆ ਦੇ ਰਸ ਹੀ ਨਹੀਂ ਚੰਗੇ ਲੱਗਦੇ, ਕਿੰਨਾ ਕੁ ਰਸਦਾਇਕ ਹੋਵੇਗਾ। ਇਸ ਵਾਸਤੇ ਕਿਹਾ ਪ੍ਰਮਾਤਮਾ ਤੂੰ ਰਸਾਂ ਦਾ ਘਰ ਹੈ, ਕੋਈ ਤੁਲ ਨਹੀਂ। ਸੰਸਾਰ ਦੇ ਜਿਹੜੇ 9 ਰਸ ਮੰਨੇ ਗਏ, 6 ਰਸ ਮੰਨੇ ਗਏ, ਇਹਨਾਂ ਦੇ ਵਿੱਚੋਂ ਜਿੰਨੇ ਮਰਜ਼ੀ ਕੋਈ ਮੰਨੀ ਗਿਆ, ਇਹਨਾਂ ਚੋਂ ਕੋਈ ਰਸ ਤੇਰੇ ਬਰੋਬਰ ਨਹੀਂ ਹੈ। ਉਸ ਤੇਰੇ ਦਰ ਦੇ ਉੱਪਰ ਰਤੇ ਹੋਏ ਜਿਹੜੇ ਤੇਰੇ ਭਗਤ ਹਨ, ਹੇ ਵਾਹਿਗੁਰੂ ਪ੍ਰਮਾਤਮਾ, ਉਹ ਤੈਨੂੰ ਚੇਤੇ ਕਰਦੇ, ਤੈਨੂੰ ਯਾਦ ਕਰਦੇ ਹਨ। ਹੋਰ ਕੀਤੇ ਤੁਧਨੋਂ ਗਾਵਨ, ਸੇ ਮੈਂ ਚਿਤ ਨ ਆਵਨ। ਹੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਹੋਰ ਕੀਤੇ, ਹੋਰ ਕਿੰਨੇ ਕੋ ਤੁਧਨੋਂ ਗਾਵਨ, ਇਹ ਤੇ ਜਿੰਨਾ ਕੁ ਸਾਨੂੰ ਪਤਾ ਸੀ, ਗਿਆਤ ਸੀ, ਉਹਨਾਂ ਕੁ ਅਸੀਂ ਕਥਨ ਕਰਤਾ। ਗੁਰੂ ਕੀ ਪਵਿੱਤਰ ਬਾਣੀ ਰਾਗ ਆਸਾ ਦੇ ਵਿੱਚ ਇੱਕ ਬਚਨ ਆਉਂਦਾ ਹੈ, ਜੇਤੀ ਪ੍ਰਭੂ ਜਨਾਈ ਰਸਨਾ ਤੇਤ ਪਨੀ। ਉਹਨਾਂ ਕੁ ਅਸੀਂ ਆਪਣੀ ਜ਼ੁਬਾਨ ਦੇ ਨਾਲ ਕਥਨ ਕੀਤਾ ਹੈ ਜਿੰਨਾ ਕੁ ਪ੍ਰਮਾਤਮਾ ਨੇ ਸਾਨੂੰ ਗਿਆਨ ਦਿੱਤਾ।
ਅਣਜਾਣਤ ਕਿੰਨੇ ਕੁ ਉਹ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਹਨ ਜਿਨ੍ਹਾਂ ਦੇ ਬਾਬਤ ਸਾਨੂੰ ਪਤਾ ਹੀ ਨਹੀਂ ਕਿ ਕਿਹੜੇ ਰੂਪ ਦੇ ਵਿੱਚ, ਕਿਹੜੇ ਸਰੂਪ ਦੇ ਵਿੱਚ ਇਹ ਵਾਹਿਗੁਰੂ ਪ੍ਰਮਾਤਮਾ ਤੈਨੂੰ ਚੇਤੇ ਕਰ ਰਹੇ। ਕੋਈ ਇਸ ਸੰਸਾਰ ਦੇ ਵਿੱਚ ਉਹਨਾਂ ਦੀ ਜਿਹੜੀ ਗਿਣਤੀ ਹੈ ਕਿ ਕਿਤਨੇ ਕਹਨ ਰੱਬ ਦੇ ਭਗਤ, ਕਿਹੜਾ ਕਿਹੜਾ ਉਸ ਦਾ ਪ੍ਰਮਾਤਮਾ ਦਾ ਨਾਮ ਜਪ ਰਹੇ ਹਨ, ਕਿਵੇਂ ਕਿਵੇਂ ਜਪਦੇ ਹਨ, ਕਿੰਨੇ ਵਜੇ ਉੱਠ ਕੇ ਜਪਦੇ ਹਨ, ਕਿੰਨਾ ਚਿਰ ਜਪਦੇ ਹਨ, ਇਹਨਾਂ ਗੱਲਾਂ ਦਾ ਕਿਸੇ ਨੂੰ ਵੀ ਨਹੀਂ ਪਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਿਹਾ, ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚੇਤਨਾ ਆਪ। हे ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਹੋਰ ਕਿਤਨੇ ਕੁ ਤੈਨੂੰ ਗਾਉਂਦੇ ਹਨ, ਸੇ ਮੈਂ ਚੇਤਨਾ ਆਵਨ, ਉਹ ਤਾਂ ਮੇਰੇ ਚੇਤੇ ਦੇ ਵਿੱਚ ਆ ਵੀ ਨਹੀਂ ਸਕ ਕਿ ਕਿੰਨੇ ਕੁ ਤੈਨੂੰ ਗਾ ਰਹੇ। ਇੱਥੋਂ ਤੱਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ, ਪ੍ਰਮਾਤਮਾ ਨੂੰ ਸੱਪ ਚੇਤੇ ਕਰਦੇ, ਆ ਪਸ਼ੂ ਪੰਛੀ ਜਿਤਨੇ ਕੀ ਹਨ ਸਾਰੇ ਹੀ ਵਾਹਿਗੁਰੂ ਪ੍ਰਮਾਤਮਾ ਨੂੰ ਚੇਤੇ ਕਰਦੇ ਆ। ਆਪਾਂ ਹਰ ਰੋਜ਼ ਪੜ੍ਹਦੇ ਆ, ਨੇਤ ਨੇਤ ਬਨ ਤ੍ਰਿਣ ਕਹਿਤ। ਬਨ ਜੰਗਲ ਦੇ ਵਿੱਚ ਤ੍ਰਿਣ ਜਿਹੜਾ ਘਾਹ ਹੈ ਨਾ, ਉਹ ਵੀ ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਤੈਨੂੰ ਚੇਤੇ ਕਰਦਾ। ਪਰ ਇਹ ਬਿਰਤੀ ਹੈ ਜਿਸ ਨੂੰ ਜਿਵੇਂ ਦਾ ਪਤਾ ਲੱਗੇ, ਜਿੰਨਾ ਕੁ ਵਾਹਿਗੁਰੂ ਪ੍ਰਮਾਤਮਾ ਦਾ ਗਿਆਨ ਜਿਸ ਨੂੰ ਹੋ ਜਾਵੇ, ਉਹਨਾਂ ਕੁ ਉਸ ਨੂੰ ਪਤਾ ਲੱਗ ਜਾਂਦਾ। ਜਿਵੇਂ ਮਹਾਂਪੁਰਖਾਂ ਨੇ ਇੱਕ ਸਾਖੀ ਸੁਣਾਈ ਹੈ ਨਾ, ਵੀ ਇੱਕ ਭਲਵਾਨ ਸੀ, ਇੱਕ ਬਾਣੀਆ ਸੀ ਤੇ ਇੱਕ ਰੱਬ ਦਾ ਪਿਆਰਾ ਸੀ। ਤਿੰਨੇ ਜੰਗਲ ਵਾਲੇ ਪਾਸੇ ਨੂੰ ਸਵੇਰੇ ਸਵੇਰੇ ਸੈਰ ਕਰਨ ਦੇ ਵਾਸਤੇ ਜਾ ਰਹੇ ਮਿੱਤਰ ਸਨ, ਆਪਸੀ ਬਾਤ ਸਿਖਾਈ। ਐਵੇਂ ਜਿਹੜਾ ਜੰਗਲੀ ਕੁੱਕੜ ਸੀ ਨਾ, ਉਸਨੇ ਆਵਾਜ਼ ਦਿੱਤੀ। ਵਾਹਿਗੁਰੂ ਜਿਹੜਾ ਤਿੱਤਰ ਸੀ ਨਾ, ਤਿੱਤਰ, ਉਸਨੇ ਆਵਾਜ਼ ਦਿੱਤੀ। ਜਦੋਂ ਤਿੱਤਰ ਨੇ ਆਵਾਜ਼ ਦਿੱਤੀ ਤੇ ਰੱਬ ਦਾ ਭਗਤ ਆਪਣਾ ਮਿੱਤਰ ਜਿਹੜਾ ਉਸਦਾ ਪਹਿਲਵਾਨ ਸੀ, ਉਸ ਨੂੰ ਪੁੱਛਣ ਲੱਗਾ, ਉਹ ਪਹਿਲਵਾਨਾ ਕੀ ਕਹਿੰਦਾ? ਵੀ ਇਹ ਆਵਾਜ਼ ਦੇ ਰਿਹਾ ਵੀ ਖਾ ਘਿਓ ਤੇ ਕਰ ਕਸਰਤ। ਬਾਣੀਆ ਸੀ ਕਹਿਣ ਲੱਗਾ, ਤੈਨੂੰ ਪਤਾ? ਕਹਿੰਦਾ ਹਾਂ। ਇਹਦੇ ਐਵੇਂ ਕਹੀ ਜਾਦਾ, ਇਹਨੂੰ ਕੀ ਪਤਾ? ਇਹ ਤੇ ਕਹਿੰਦਾ ਲੂਣ ਘਿਓ ਅਦਰਕ। ਤੇ ਉਸ ਵੇਲੇ ਰੱਬ ਦੇ ਪਿਆਰਾ ਉਹ ਕਹਿਣ ਲੱਗਾ, ਨਹੀਂ, ਇਹ ਅੰਮ੍ਰਿਤ ਵੇਲੇ ਕਹਿ ਰਿਹਾ, ਸੁਭਾਨ ਤੇਰੀ ਕੁਦਰਤ। ਇਹ ਅਕਾਲ ਪੁਰਖ ਪ੍ਰਮਾਤਮਾ, ਕਿੰਨੀ ਸੋਹਣੀ ਇਹ ਤੇਰੀ ਕੁਦਰਤ ਹੈ, ਇਸ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਇਵੇਂ ਜਿਵੇਂ ਦੀ ਜਿਸੇ ਦੀ ਬਿਰਤੀ ਹੈ ਨਾ, ਆ ਪਿੱਛੇ ਜੇ ਪ੍ਰਚਾਰਕ ਸੁਣੇ, ਉਹਨਾਂ ਨੂੰ ਵਾਹਿਗੁਰੂ ਵਾਹਿਗੁਰੂ ਵੀ ਕੁੱਤੇ ਭੌਂਕਣਾ ਹੀ ਲੱਗਦਾ। ਨਾਨਕ ਕਿਆ ਵਿਚਾਰੇ, ਪਰ ਇਹ ਕਹਿੰਦੇ ਅਸੀਂ ਕੀ ਵਿਚਾਰ ਕਰਨਾ ਕਰੀਏ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਤਿੰਨਾਂ ਕਾਲਾਂ ਦੇ ਵਿੱਚ ਸੱਚਾ ਸੀ, ਤੇ ਸਾਚਾ ਸਾਚੀ ਨਾਈ ਜਿਹੜੀ ਉਸ ਦੀ ਸ਼ੋਭਾ ਹੈ, ਉਹ ਵੀ ਸੰਸਾਰ ਦੇ ਵਿੱਚ ਸੱਚੀ ਹੈ। ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ, ਉਹ ਹੈ ਇਸ ਵੇਲੇ ਭੇਸ ਸੀ ਤੇ ਹੋਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋ, ਤਿੰਨਾਂ ਕਾਲਾਂ ਦੇ ਵਿੱਚ ਹੈ। ਜਾਏ ਨਾ, ਜਿਹੜਾ ਐਸਾ ਪ੍ਰਮਾਤਮਾ ਹੈ, ਉਸ ਨੂੰ ਕਿਸੇ ਨੇ ਜੰਮਿਆ ਨਹੀਂ। ਸੰਸਾਰ ਦੇ ਵਿੱਚ ਉਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਭਾਵੇਂ ਸਾਰੀ ਸ੍ਰਿਸ਼ਟੀ ਉਸਨੇ ਪੈਦਾ ਕੀਤੀ ਹੈ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਹੈ, ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ। ਕਿਸੇ ਨੂੰ ਨਹੀਂ ਪਤਾ ਵੀ ਰੱਬ ਦਾ ਪਿਓ ਕੌਣ ਹੈ ਤੇ ਰੱਬ ਦੀ ਮਾਂ ਕੌਣ ਹੈ, ਕਿਹੜੀ ਮਾਂ ਦੇ ਕੁੱਖੋਂ ਰੱਬ ਨੇ ਜਨਮ ਲਿਆ ਹੈ। ਜਿਹੜਾ ਕਿਸੇ ਦੇ ਪੈਦਾ ਨਹੀਂ ਨਾ ਕੀਤਾ ਪ੍ਰਮਾਤਮਾ, ਜਾਸੀ ਦਾ ਅਰਥ ਹੈ ਉਹ ਸੰਸਾਰ ਦੇ ਵਿੱਚ ਮਰੇਗਾ ਵੀ ਨਹੀਂ। ਜੇ ਪੈਦਾ ਹੋਇਆ ਹੈ ਤੇ ਤਾਂ ਹੀ ਨਾਸ਼ ਹੋਵੇਗਾ। ਇਹ ਪ੍ਰਮਾਤਮਾ ਦਾ ਵਿਧੀ ਵਿਧਾਨ ਵੀ ਜੋ ਉਪਜਿਓ ਸੋ ਬਿਨਸ ਹੈ। ਉਪਜਿਓ ਦਾ ਅਰਥ ਹੈ ਪੈਦਾਇਸ਼, ਜਿਹਦੀ ਉਪਜ ਹੈ ਉਸ ਦੀ ਬਿਨਸ ਹੈ, ਜਿਸ ਦੀ ਪੈਦਾਇਸ਼ ਹੈ ਉਹਨੇ ਹੀ ਨਾਸ਼ ਹੋਣਾ। ਪਰ ਪ੍ਰਮਾਤਮਾ ਦੀ ਉਪਜ ਵੀ ਨਹੀਂ, ਇਸ ਵਾਸਤੇ ਪ੍ਰਮਾਤਮਾ ਦੀ ਬਿਨਸ ਵੀ ਕੋਈ ਨਹੀਂ, ਨਾਸ਼ਮਾਨਤਾ ਵੀ ਕੋਈ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਤਿੰਨਾਂ ਸਮਿਆਂ ਦੇ ਵਿੱਚ ਹੈ।
ਜਾਏ ਨਾ ਕਿਸੇ ਦਾ ਪੈਦਾ ਨਹੀਂ ਕੀਤਾ, ਜਾਸੀ ਸੰਸਾਰ ਦੇ ਵਿੱਚ ਨਾਸ਼ ਵੀ ਨਹੀਂ ਹੋਵੇਗਾ। ਜਿਸ ਪ੍ਰਮਾਤਮਾ ਨੇ ਸਾਰੀ ਰਚਨਾ ਰਚਾਈ ਹੈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਰੰਗਾ ਰੰਗਾਂ ਦੀ, ਭਾਂਤਾਂ ਤਰ੍ਹਾਂ ਤਰ੍ਹਾਂ ਦੀ ਇਹ ਜਿਹੜੀ ਸਾਰੀ ਸ੍ਰਿਸ਼ਟੀ ਹੈ ਉਸ ਨੂੰ ਪੈਦਾ ਕੀਤਾ। ਤੇ ਫਿਰ ਮਾਇਆ ਜਿਨ ਉਪਾਈ, ਜਿਸ ਪ੍ਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਮਾਇਆ ਪੈਦਾ ਕੀਤੀ, ਮਾਇਆ ਦੇ ਆਸਰੇ ਜਿਹੜੀ ਇਹ ਸਾਰੀ ਸ੍ਰਿਸ਼ਟੀ ਹੈ ਉਸ ਨੂੰ ਪੈਦਾ ਕੀਤਾ ਹੈ। ਜਿਹੜੀ ਸ੍ਰਿਸ਼ਟੀ ਰੰਗਾਂ ਰੰਗਾਂ ਦੀ ਹੈ, ਤਰ੍ਹਾਂ ਤਰ੍ਹਾਂ ਦੀ ਹੈ, ਭਾਂਤੀ ਭਾਂਤਾਂ ਭਾਂਤਾਂ ਦੀ ਹੈ, ਬਹੁਤ ਪ੍ਰਕਾਰਾਂ ਦੀ ਹੈ। ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ। ਉਹ ਵਾਹਿਗੁਰੂ ਪ੍ਰਮਾਤਮਾ ਨੇ ਜਿਹੜਾ ਕੀਤਾ ਹੈ ਨਾ ਉਸ ਨੂੰ ਦੇਖ ਰਿਹਾ ਹੈ, ਕਿਉਂਕਿ ਪ੍ਰਮਾਤਮਾ ਦਾ ਸਾਰਾ ਕੁਝ ਆਪਣਾ ਕੀਤਾ ਹੋਇਆ ਹੈ। ਜਿਵੇਂ ਬੰਦਾ ਆਪਣੀ ਜ਼ਮੀਨ ਬੀਜਦਾ ਹੈ ਉਸ ਨੂੰ ਬੜੀ ਨਿਗਰਾਨੀ ਰੱਖਦਾ ਹੈ, ਇਸ ਨੂੰ ਕਿਤੇ ਸੁੰਡੀ ਤੀ ਨਹੀਂ ਲੱਗੇ, ਇਸ ਨੂੰ ਕਿਤੇ ਪਾਣੀ ਦੀ ਘਾਟ ਤੇ ਨਹੀਂ। ਹੁਣ ਫਲ ਪੈਣ ਵਾਲਾ ਹੈ, ਇਸ ਦੇ ਉੱਪਰ ਫਲ ਦੀ ਸਪਰੇਅ ਕਰਨੀ ਹੈ। ਹੁਣ ਲੋੜ ਮੰਗ ਰਹੀ ਹੈ, ਇਸ ਦੇ ਵਿੱਚ ਖਾਦ ਪਾਉਣੀ ਹੈ। ਜਿਹੜੀ ਆਪਣੀ ਜ਼ਮੀਨ ਬੀਜਦਾ ਹੈ ਬੰਦਾ, ਫਸਲ ਪੈਦਾ ਕਰਦਾ, ਉਸ ਨੂੰ ਬੜੀ ਖਿਆਲਾਤ ਦੇ ਨਾਲ ਪਾਲਦਾ ਹੈ। ਇਵੇਂ ਪ੍ਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਆਪਣਾ ਕੀਤਾ ਹੋਇਆ ਦੇਖ ਰਿਹਾ ਹੈ। ਜੋ ਕੁਛ ਬੰਦਾ ਮਰਜ਼ੀ ਕਰੀ ਜਾਵੇ ਰੱਬ ਵੇਖਦਾ, ਔਰ ਰੱਬ ਹੱਸਦਾ ਵੀ ਹੈ ਵੀ ਇਹਨੂੰ ਮੈਂ ਸਿਮਰਨ ਭਜਨ ਵਾਸਤੇ ਭੇਜਿਆ ਸੀ, ਇਹ ਵਿਕਾਰ ਹੀ ਭੋਗੀ ਜਾ ਰਿਹਾ। ਜਿਨੇ ਇਸ ਨੂੰ ਪੈਦਾ ਕੀਤਾ ਹੈ ਮੈਨੂੰ ਹੀ ਭੁਲਾਈ ਫਿਰਦਾ ਹੈ, ਕਿਉਂਕਿ ਪ੍ਰਮਾਤਮਾ ਗੁੱਸਾ ਨਹੀਂ ਨਾ ਕਰਦਾ। ਜਿਵੇਂ ਇੱਕ ਮਾਂ ਪਿਓ ਹੈ, ਉਹ ਆਪਣੀ ਔਲਾਦ ਦੇ ਉੱਪਰ ਸਦੀਵ ਕਾਲ ਗੁੱਸੇ ਨਹੀਂ ਰਹਿੰਦਾ, ਥੋੜਾ ਬਹੁਤਾ ਸਮਾਂ ਤੇ ਰਹੇਗਾ। ਪਰ ਪ੍ਰਮਾਤਮਾ ਦਾ ਇੰਨਾ ਕਿਰਪਾਲੂ ਸੁਭਾਅ ਹੈ, ਦੁਨੀਆ ਦੇ ਲੋਕ ਜੋ ਕੁਛ ਮਰਜ਼ੀ ਕਰੀ ਜਾਂਦੇ, ਪ੍ਰਮਾਤਮਾ ਮੁਸਕਰਾਉਂਦਾ ਹੈ ਵੀ ਇਹਨੂੰ ਵੇਖੋ ਮੈਂ ਸੰਸਾਰ ਦੇ ਉੱਪਰ ਬੰਦਗੀ ਕਰਨ ਦੇ ਵਾਸਤੇ ਭੇਜਿਆ ਸੀ, ਇਹ ਨਿੰਦਿਆ ਚੁਗਲੀ 'ਚ ਹੀ ਸਮਾਂ ਗੁਜ਼ਾਰੀ ਜਾਂਦਾ, ਇਹ ਵਿਕਾਰ ਹੀ ਭੋਗੀ ਜਾਂਦਾ ਹੈ, ਇਹ ਚੋਰੀਆਂ ਹੀ ਕਰੀ ਜਾਂਦਾ, ਇਹ ਜਾਰੀਆਂ ਹੀ ਲਾਈ ਜਾਂਦਾ। ਇਵੇਂ ਆਪਣੇ ਕੀਤੇ ਹੋਏ ਕਰਮ ਮਨੁੱਖ ਦੇ ਵਾਹਿਗੁਰੂ ਪ੍ਰਮਾਤਮਾ ਵੇਖ ਰਿਹਾ ਹੈ। ਇਹ ਸਾਰੀ ਉਸ ਪ੍ਰਮਾਤਮਾ ਦੀ ਵਡਿਆਈ ਹੈ। ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਜੋ ਵਾਹਿਗੁਰੂ ਪ੍ਰਮਾਤਮਾ ਨੂੰ ਭਾਉਂਦਾ ਹੈ ਪ੍ਰਮਾਤਮਾ ਉਹ ਕਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਹੈ, ਪੁੱਛ ਨਾ ਸਾਜੈ ਪੁੱਛ ਨਾ ਢਾਹੈ ਪੁੱਛ ਨਾ ਲੇਵੈ ਦੇ। ਉਹ ਕਿਸੇ ਨੂੰ ਪੁੱਛਦਾ ਨਹੀਂ ਵੀ ਇਹਨੂੰ ਮੈਂ ਬਣਾਉਣ ਲੱਗਾ, ਇਹਨੂੰ ਬਣਾ ਦੇਵਾਂ, ਇਹਨੂੰ ਮੈਂ ਪੈਦਾ ਕਰਨ ਲੱਗਾ, ਇਸ ਨੂੰ ਪੈਦਾ ਕਰ ਦੇਵਾਂ। ਤੇ ਕਿਸੇ ਨੂੰ ਪੁੱਛਦਾ ਵੀ ਨਹੀਂ ਹੈ ਵੀ ਇਹਨੂੰ ਮੈਂ ਮਾਰਨ ਲੱਗਾ, ਇਸ ਨੂੰ ਮੈਂ ਮਾਰ ਦੇਵਾਂ। ਕਿਉਂਕਿ ਜੇ ਰੱਬ ਪੁੱਛਣ ਲੱਗ ਪਏ, ਮਾਂ ਪਿਓ ਨੂੰ ਪੁੱਛ ਲੈ ਵੀ ਤੇਰੇ ਪੁੱਤ ਨੂੰ ਮਾਰ ਦੇਵਾਂ, ਤੇ ਪ੍ਰਮਾਤਮਾ ਨੂੰ ਤੇ ਉਹ ਮਾਂ ਪਿਓ ਗਾਲਾਂ ਕੱਢਣ ਲੱਗ ਪਏ, ਮਾਂ ਹੀ ਜਵਾਨ ਕੀਤਾ, ਹੁਣ ਤੂੰ ਇਹਨੂੰ ਮਾਰਨ ਤੇ ਆ ਗਿਆ। ਇਵੇਂ ਵਾਹਿਗੁਰੂ ਪ੍ਰਮਾਤਮਾ ਦੀ ਮਰਜ਼ੀ, ਜੇ ਕਿਸੇ ਨੂੰ ਵਡਿਆਈਆਂ ਦਿੰਦਾ ਹੈ ਪ੍ਰਮਾਤਮਾ ਦਿੰਦਾ, ਜੇ ਕਿਸੇ ਦੇ ਕੋਲੋਂ ਚੰਗਿਆਈਆਂ ਖੋਹ ਲੈਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਬਚਨ ਹੈ, ਜਾ ਕੋ ਕਰਤਾ ਆਪ ਖੁਆਏ ਖੁਸ ਲਏ ਚੰਗਿਆਈ। ਜਿਹਨੂੰ ਮਹਾਰਾਜ ਨੇ ਖੁਆਰ ਕਰਨਾ ਹੋਵੇ ਉਹ ਚੰਗਿਆਈਆਂ ਖੁਸ਼ ਲੈ, ਜਿਹਦੀ ਮਹਾਰਾਜ ਨੇ ਸ਼ੋਭਾ ਵਧਾਉਣੀ ਹੋਵੇ ਉਸ ਦੇ ਕੋਲੋਂ ਬੁਰਾਈਆਂ ਖੁਸ ਲੈਂਦਾ, ਉਸ ਦੇ ਜੀਵਨ ਚੋਂ ਬੁਰਾਈਆਂ ਨਾਸ ਹੋ ਜਾਂਦੀ। ਇਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੋ ਤਿਸ ਭਾਵੈ ਜੋ ਤੈਨੂੰ ਭਾਉਂਦਾ ਸੋਈ ਕਰਸੀ। ਉਹ ਕੁਛ ਹੀ ਤੂੰ ਕਰਦਾ ਹੈ, ਫਿਰ ਤੇਰਾ ਹੁਕਮ ਨਾ ਕਰਨਾ। ਜਿਹੜਾ ਤੇਰਾ ਹੁਕਮ ਹੈ ਨਾ ਉਹਨੂੰ ਨਾ ਕਰਨਾ ਚਾਹੀਦਾ। ਅਰਥ ਮਹਾਂਪੁਰਖਾਂ ਨੇ ਕੀਤਾ, ਨਾ ਨਹੀਂ ਕੀਤੀ ਜਾ ਸਕਦੀ ਵੀ ਇਹ ਰੱਬ ਦਾ ਹੁਕਮ ਹੈ, ਇਹਨੂੰ ਮੈਂ ਨਾ ਕਰ ਦੇਵਾਂ, ਉਹ ਨਾ ਨਹੀਂ ਕੀਤੀ ਜਾ ਸਕਦੇ। ਸੋ ਬਾਦਸ਼ਾਹੂ ਸਾਹਾ ਪਦ ਸਾਹਿਬ ਨਾਨਕ ਰਹਿਣ ਰਜਾਈ। ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਸੋ ਪਾਤਸ਼ਾਹੋ, ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਪਾਤਸ਼ਾਹ ਹੈ, ਬਾਦਸ਼ਾਹ।
ਸਾਹੋ ਮਾਲਕ ਹੈ। ਪਤ ਸਾਹਿਬ, ਪਤ ਇੱਜ਼ਤ ਬਖਸ਼ਣ ਦਾ ਵਾਲਾ ਮਾਲਕ ਹੈ। ਸਾਰਿਆਂ ਨੂੰ ਸੰਸਾਰ ਦੇ ਵਿੱਚ ਇੱਜ਼ਤ ਬਖਸ਼ਣ ਵਾਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਉਸ ਦੀ ਰਜ਼ਾ, ਉਸ ਦੇ ਭਾਣੇ, ਉਸ ਦੇ ਹੁਕਮ ਦੇ ਵਿੱਚ ਹੀ ਜਿਹੜਾ ਮਨੁੱਖ ਹੈ ਉਸ ਨੂੰ ਜੀਵਨ ਬਸਰ ਕਰਨਾ ਚਾਹੀਦਾ, ਜਿਸ ਦੇ ਨਾਲ ਇਸ ਮਨੁੱਖਾ ਜੀਵਨ ਦਾ ਭਲਾ ਹੈ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਜੋ ਪਾਵਨ ਬਚਨ ਹਨ ਤਿੰਨਾਂ ਦੀ ਵਿਚਾਰ ਕੀਤੀ ਹੈ। ਦਾਸ ਪਾਸੋਂ ਵਿਸ਼ਰਾਮ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮੁਆਫੀ ਅੱਗੇ ਤੋਂ ਸਮਤ ਬਖਸ਼ਣੀ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਬਖਸ਼ਣਹਾਰ ਹੈ। ਕਿਰਪਾ ਕਰਕੇ ਬਖਸ਼ ਲੈਣਾ ਜੀ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੂ ਸਾਹਾ ਪਤ ਸਾਹਿਬ ਨਾਨਕ ਰਹਿਨ ਰਜਾਈ। ਵਾਹਿਗੁਰੂ ਜੀ ਕਾ ਖਾਲਸਾ।